ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਬਹਾਦਰ ਜਬ ਮਰਿਓ, ਰਹੇ ਪੁੱਤਰ ਉਸ ਦੋਏ। ਲਾਹੌਰ ਔ ਸੁਲਤਾਨ ਕੋ, ਸੂਬੇਦਾਰ ਭਏ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਮੁਬਾਰਕ ਗੋਦ ਦੇ ਅੰਦਰ ਰੋਜ਼ਾਨਾ ਨੇਮ ਦੇ ਨਾਲ ਸਤਿਗੁਰੂ ਮਹਾਰਾਜ ਜੀਓ ਕੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਜਨਮ ਸਫਲਾ ਰਹੇ ਸਤਸੰਗੀ ਜਨੋ। ਲੜੀਵਾਰ ਪਾਵਨ ਪਵਿੱਤਰ ਇਤਿਹਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕੇ ਸੂਰਬੀਰ ਸਿੰਘਾਂ ਦਾ ਰੋਜ਼ਾਨਾ ਨੇਮ ਦੇ ਨਾਲ ਸਰਵਣ ਕਰ ਰਹੇ ਹਾਂ। ਔਰ ਜੋ ਅੱਜ ਦਾ ਮਹਾਨ ਦਿਹਾੜਾ ਹੈ, ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਦਿਵਸ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਭਾਦੋਂ ਸੁਦੀ ਤੀਜ ਗੋਇੰਦਵਾਲ ਸਾਹਿਬ ਦੇ ਪਾਵਨ ਮੁਬਾਰਕ ਸਥਾਨ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ ਹਨ। ਸਾਹਿਬ ਜੀ ਕੀ ਪਾਵਨ ਪਵਿੱਤਰ ਬਾਣੀ ਅੰਦਰ ਵੀ ਜ਼ਿਕਰ ਆਇਆ। ਭੱਟ ਹਰਬੰਸ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਅੰਦਰ ਉਹਨਾਂ ਨੇ ਵੀ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਿਸ ਵਕਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇਸ ਦੇਹੀ ਨੂੰ ਸੰਕੋਚਿਆ ਹੈ। ਅਜੈ ਗੰਗ ਜਲ ਟਲ ਸਿੱਖ ਸੰਗਤ ਸਭਨਾਵੈ, ਨਿਤ ਪੁਰਾਣ ਬਾਚੀ ਹੈ ਵੇਦ ਬ੍ਰਹਮਾ ਮੁਖ ਗਾਵੈ। ਨਿਤ ਪੁਰਾਣ ਬਾਚੀ ਹੈ ਵੇਦ ਬ੍ਰਹਮਾ ਮੁਖ ਗਾਵੈ। ਅਜੈ ਚਵਰ ਸਿਰ ਢੁਲੈ, ਨਾਮ ਅੰਮ੍ਰਿਤ ਮੁਖ ਲੀਓ। ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ। ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਇਓ। ਹਰਬੰਸ ਜਗਤ ਜਸ ਸੰਚਰਿਓ, ਸੋ ਕਵਨ ਕਹੈ ਸ੍ਰੀ ਗੁਰ ਮੋਇਓ। ਕੌਣ ਕਹਿੰਦਾ ਹੈ ਕਿ ਗੁਰੂ ਜੀ ਸੱਚੇ ਪਾਤਸ਼ਾਹ ਜੀ ਮੋਏ ਹਨ? ਉਹ ਕੀ ਉਹ ਤਾਂ ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਪਾਇਓ। ਹਰ ਸਿੰਘਾਸਨ ਦਿਓ, ਸ੍ਰੀ ਗੁਰ ਤਹਿ ਬੈਠਾਇਓ। ਰਹਿਸ ਕੀਓ ਸੁਰਦੇਵ ਤੋਏ, ਜਸ ਜੈ ਜੈ ਜੰਪੈ। ਅਸੁਰ ਗਏ ਤੇ ਭਾਗ, ਪਾਪ ਤਿਨ ਭੀਤਰ ਕੰਪੈ। ਕਾਟੇ ਸੋ ਪਾਪ ਤਿਨ ਨਰਹੋਂ ਕੇ, ਗੁਰ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪ੍ਰਿਥਮੀ, ਗੁਰ ਅਰਜੁਨ ਕਉ ਦੇ ਆਇਓ। ਕਿਉਂਕਿ ਇਹ ਜਿਹੜਾ ਰੌਲਾ ਸੀ ਇਸ ਗੱਲ ਦਾ ਬਾਬੇ ਪ੍ਰਿਥੀਏ ਨੇ ਪਾਇਆ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਪਿਤਾ ਗੁਰੂ ਨੂੰ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕੁਝ ਦੇ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਪਰ ਹਰਬੰਸ ਭੱਟ ਜੀ ਵੀ ਉੱਥੇ ਨੇ, ਉਹਨਾਂ ਨੇ ਇਸ ਗੱਲ ਨੂੰ ਖੋਲ੍ਹਿਆ। ਕਹਿੰਦੇ ਭਾਈ ਲੋਕੋ, ਅਜਿਹੀ ਕੋਈ ਗੱਲ ਨਹੀਂ ਸੀ।
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਅਸਥਾਨ ਤੋਂ ਗੋਇੰਦਵਾਲ ਸਾਹਿਬ ਆਏ ਸਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉੱਥੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ, ਮਹਾਵਾਕ ਅਨੁਸਾਰ। ਪ੍ਰਭੁਪੁਰ ਪਿਆਨਾ ਕਰ ਗਏ। ਸਤਿਗੁਰੂ ਮਹਾਰਾਜ ਜੀਆਂ ਨੇ ਆਪਣੀ ਹਯਾਤੀ ਵਿੱਚ, ਆਪਣੇ ਜਿਉਂਦਿਆਂ ਜੀ, ਕਿ ਬਾਅਦ ਵਿੱਚ ਕੋਈ ਵੀ ਇਸ ਗੱਲ ਦਾ ਭਾਵ ਬਖੇੜਾ ਇਤਿਆਦਿਕ ਨਾ ਹੋਵੇ, ਕਿਉਂਕਿ ਬਾਬੇ ਪ੍ਰਿਥੀਏ ਨੇ ਪਹਿਲਾਂ ਵੀ ਕੁਝ ਇੱਕ ਟੇਢਕ ਚਾਲ ਚੱਲੀ ਕਈ ਵਾਰੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਅਦੂਲੀ ਕੀਤੀ। ਅੰਮ੍ਰਿਤ ਵੇਲੇ ਵੀ ਕਥਾ ਵਿੱਚ ਬਚਨ ਕੀਤਾ ਸੀ। ਉਹ ਇੱਕ ਬਚਨ ਕਹਿ ਕੇ ਆਪਾਂ ਸ਼ਾਮ ਆਪਣਾ ਇਤਿਹਾਸ ਦੀ ਕਥਾ ਵੱਲ ਆਵਾਂਗੇ ਕਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਇੱਕ ਦੋ ਜਿਹੜੇ ਪਾਵਨ ਪਵਿੱਤਰ ਮੁਬਾਰਕ ਸ਼ਬਦ ਬਾਬੇ ਪ੍ਰਿਥੀਏ ਦੇ ਪ੍ਰਥਾਏ ਉਚਾਰਨੇ ਪਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਇੱਕ ਥਾਂ ਜ਼ਿਕਰ ਕਰਦੇ ਹਨ, ਬੇਟਾ ਕਿਉਂ 4 ਪੈਸਿਆਂ ਦੇ ਪਿੱਛੇ ਆਪਣੇ ਪਿਤਾ ਨਾਲ ਲੜਨਾ ਹੈ? ਜਿਨ੍ਹਾਂ 4 ਟਕਿਆਂ ਦਾ ਤੂੰ ਅੱਜ ਮਾਣ ਕਰਨਾ ਹੈ, ਇਹਨਾਂ ਬਹੁਤਾ ਸਮਾਂ ਨਾਲ ਨਹੀਂ ਰਹਿਣਾ, 4 ਛਿੱਲੜਾਂ ਨੇ। ਸਤਿਗੁਰੂ ਜੀ ਦਾ ਬਚਨ ਹੈ, ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ ਤਿਨ ਸਿਓ ਝਗਰਤ ਪਾਪ। ਕੋਈ ਕਹਿੰਦਾ ਫਲਾਣਾ ਪਾਪ ਲੱਗਦਾ ਹੈ, ਕੋਈ ਕਹਿੰਦਾ ਫਲਾਣਾ ਪਾਪ ਲੱਗਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਭਾਈ ਜਿਸ ਮਾਤਾ ਪਿਤਾ ਨੇ ਜਨਮ ਦਿੱਤਾ, ਮਾਪਿਆਂ ਨਾਲ ਉਲਝਣਾ, ਮਾਪਿਆਂ ਨਾਲ ਝਗੜਾ ਕਰਕੇ ਈਰਖਾ ਦਵੈਸ਼ ਪਾਲਣੀ, ਮਹਾਰਾਜ ਕਹਿੰਦੇ ਏਦੂ ਵੱਡਾ ਪਾਪ ਕੋਈ ਨਹੀਂ। ਕਾਹੇ ਪੂਤ ਝਗਰਤ ਹਉ ਸੰਗ ਬਾਪ, जिनके जने बडीरे तुम हो तिन सो झगरत पाप, जिस धन का तुम गर्व करत हो सो धन किसै ना आप। ਜਿਹੜੇ 4 ਪੈਸਿਆਂ ਦਾ ਤੂੰ ਮਾਣ ਪਿਆ ਕਰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਹਯਾਤੀ ਵਿੱਚ ਵੀ ਕਈ ਵਾਰ ਬਾਬੇ ਪ੍ਰਿਥੀਏ ਨੂੰ ਭਾਵ ਇਹਨਾਂ ਸਭ ਕਾਸੇ ਤੋਂ ਵਰਜਿਆ ਵੀ। ਸੋ ਸਤਿਗੁਰੂ ਜੀ ਨੇ ਆਪਣੀ ਹਯਾਤੀ ਵਿੱਚ ਸਨ 1581 ਨੂੰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਥਾਏ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿਰੰਜਨੀ ਜੋ ਛਤਰ ਸੀ, ਗੁਰਤਾ ਗੱਦੀ ਉੱਪਰ ਸੁਸ਼ੋਭਿਤ ਕੀਤਾ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ, ਉਗਵਣੋ ਤਾਇਆਤ ਵਣੋ ਚੌ ਚੱਕੀ ਕੀਨ ਲੋਆ, ਜਿਨੀ ਗੁਰੂ ਨਾ ਸੇਵਿਓ ਮਨ ਮੁਖਾ ਪਿਆ ਮੋਆ, ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਤੋਂ ਉਪਰੰਤ ਪ੍ਰਭੁਪੁਰ ਪਿਆਨਾ ਕਰ ਗਏ। ਸੋ ਐਸੇ ਦੀਨ ਦਿਆਲ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਜੋਤੀ ਜੋਤ ਦਿਵਸ ਹੈ। ਬਾਰੰਬਾਰ ਨਮਸਕਾਰ, ਕੋਟਾਨ ਕੋਟ ਨਮਸਕਾਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੋਢੀ ਸੁਲਤਾਨ ਗੁਰਦੇਵ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ। ਸੋ ਲੜੀਵਾਰ ਚੱਲ ਰਹੀ ਪਾਵਨ ਪਵਿੱਤਰ ਸ਼ਬਦ ਆਪਣਾ ਇਤਿਹਾਸ ਦੀ ਕਥਾ ਵਿਚਾਰ ਪੰਛੀ ਝਾਤ ਲਈਏ। ਮਹਾਨ ਸ਼ਹੀਦ ਜਿਨ੍ਹਾਂ ਦਾ ਜ਼ਿਕਰ ਸਿੱਖ ਅਰਦਾਸ ਵਿੱਚ ਕਰਦਾ ਹੈ, ਜਿਨ੍ਹਾਂ ਨੇ ਖੋਪਰੀਆਂ ਲੋਹਾਈਆਂ, ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ, ਤਿਨਾਂ ਦਾ ਸ਼ਹੀਦੀ ਪ੍ਰਸੰਗ ਸਰਵਣ ਕੀਤਾ ਹੈ। ਕੈਸਾ ਅੰਦਰ ਉਹਨਾਂ ਦੇ ਸਿੱਖੀ ਸਿਦਕ ਸੀ, ਪ੍ਰੇਮ ਸੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਦੇ ਨਾਲ। ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਪਾਵਨ ਪਵਿੱਤਰ ਬਾਣੀ ਤਥਾ ਬਾਣੇ ਦੇ ਨਾਲ ਆਪਾ ਭਾਵ ਕੁਰਬਾਨ ਕਰ ਦਿੱਤਾ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਘਰ ਤੋਂ, ਸਿਧਾਂਤ ਤੋਂ, ਬਾਣੀ ਬਾਣੇ ਤੋਂ ਬੇਮੁਖਤਾਈ ਨਾ ਵਿਖਾਈ ਉਹਨਾਂ ਨੇ। ਸੋ ਜੋ ਅੱਜ ਦਾ ਪ੍ਰਸੰਗ ਹੈ, ਇੱਥੋਂ ਤੱਕ ਆਪਾਂ ਪਿੱਛੇ ਸਰਵਣ ਕੀਤਾ ਹੈ। ਸੋ ਆਓ ਲੜੀਵਾਰ ਇਤਿਹਾਸ ਦਾ ਪ੍ਰਸੰਗ ਅੱਗੇ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰਤਾ ਵਾਸਤੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਖਾਨ ਬਹਾਦਰ ਜਬ ਮਰਿਓ ਰਹੇ ਪੁੱਤਰ ਉਸ ਦੋਏ। ਖਾਨ ਬਹਾਦਰ ਜ਼ਕਰੀਆ ਖਾਂ ਜਦੋਂ ਇਹਦੀ ਮੌਤ ਹੋਈ, ਇਹਦੇ ਦੋ ਪੁੱਤਰ ਭਾਵ ਇਹਦੇ ਦੋ ਪੁੱਤਰ ਸਨ। ਲਾਹੌਰ ਔ ਮੁਲਤਾਨ ਕੋ ਸੂਬੇਦਾਰ ਭਏ ਸੋਏ। ਇੱਕ ਲਾਹੌਰ ਦਾ, ਇੱਕ ਮੁਲਤਾਨ ਦਾ ਸੂਬੇਦਾਰ, ਇੱਕ ਦਾ ਨਾਂ ਯਹੀਆ ਖਾਂ ਔਰ ਇੱਕ ਦਾ ਨਾਂ ਸ਼ਾਹ ਨਵਾਜ਼। ਇਹ ਜ਼ਕਰੀਆ ਖਾਨ ਦੇ ਅਗਾ ਦੋ ਬੇਟੇ ਸਨ, ਪਰ ਆਪਸ ਦੇ ਅੰਦਰ ਦੋਵਾਂ ਦਾ ਹਮੇਸ਼ਾ, ਕਿਉਂਕਿ ਰਾਜਿਆਂ ਦਾ ਤਾਂ ਆਪਸ ਅੰਦਰ ਕੇਵਲ ਧਨ ਸੰਪਦਾ ਨਾਲ ਹੀ ਪਿਆਰ ਹੈ, ਵੀ ਆਪਣੇ ਰਾਜ ਭਾਗ ਨਾਲ ਹੀ ਪਿਆਰ ਹੈ ਰਾਜਨੀਤਿਕ ਤੌਰ ਤੇ। ਇਹ ਉਹ ਸ਼ਾਹ ਨਵਾਜ਼ ਸੀ ਜਿਸ ਨੇ ਅਬਦਾਲੀ ਨੂੰ ਹਮਲਾ ਕਰਨ ਵਾਸਤੇ ਸੱਦਾ ਦਿੱਤਾ ਸੀ ਹਿੰਦੁਸਤਾਨ ਦੇ ਉੱਪਰ। ਇਹਨੇ ਆਪ ਚਿੱਠੀ ਲਿਖੀ ਸੀ, ਪਰ ਉਸ ਵਕਤ ਇਹ ਆਪ ਸੂਬੇਦਾਰ ਭਾਵ ਇਹ ਆਪ ਮਾਲਕ ਨਹੀਂ ਸੀ। ਉਸ ਵਕਤ ਯਹੀਆ ਖਾਂ ਇਹਦਾ ਵੱਡਾ ਭਰਾ ਸੀ। ਜਦੋਂ ਯਹੀਆ ਖਾਂ ਨੂੰ ਪਤਾ ਲੱਗਾ ਵੀ ਉਧਰੋਂ ਅਬਦਾਲੀ ਚੜ੍ਹ ਕੇ ਆਇਆ ਹੈ ਅਫਗਾਨਿਸਤਾਨ ਵੱਲੋਂ, ਇਹ ਸਾਰਾ ਰਾਜ ਭਾਗ ਛੱਡ ਕੇ ਤੇ ਆਪ ਯਹੀਆ ਖਾਂ ਫਿਰ ਦਿੱਲੀ ਨੱਠ ਗਿਆ। ਜਦੋਂ ਇਹ ਦਿੱਲੀ ਨੱਠ ਗਿਆ ਤੇ ਦਿੱਲੀ ਵਾਲਿਆਂ ਨੇ ਫਿਰ ਸ਼ਾਹ ਨਵਾਜ਼ ਨੂੰ ਇਹ ਸੁਨੇਹਾ ਦਿੱਤਾ ਵੀ ਤੂੰ ਹੁਣ ਇੱਕ ਕੰਮ ਕਰ, ਆ ਫਲਾਣੇ ਫਲਾਣੇ ਇਲਾਕੇ ਅਸੀਂ ਤੈਨੂੰ ਦਵਾਂਗੇ, ਸਾਡੇ ਵੱਲੋਂ ਹੁਣ ਜਿਹਨੂੰ ਤੂੰ ਸੱਦਾ ਦਿੱਤਾ ਅਬਦਾਲੀ ਨਾਲ, ਹੁਣ ਤੂੰ ਨਿਬੜ ਵੀ ਕਿਵੇਂ ਨਿਬੜਨਾ, ਸੱਦਿਆ ਵੀ ਤੂੰ, ਨਿਬੜ ਵੀ ਤੂੰ, ਭਾਵੇਂ ਜੰਗ ਕਰ, ਭਾਵੇਂ ਹੁਣ ਉਹਨੂੰ ਜਿਹੜਾ ਆਏਗਾ ਉਹਨੂੰ ਭਾਵੇਂ ਪੈਸਾ ਟਕਾ ਜੋ ਧਨ ਸੰਪਦਾ ਦੇ ਕੇ ਮੋੜ, ਹੁਣ ਤੇਰੀ ਜ਼ਿੰਮੇਵਾਰੀ ਹੈ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਚੱਲਦਾ ਰਿਹਾ। ਖਾਨ ਬਹਾਦਰ ਦੀ ਮੌਤ, ਇਹ ਜੋ ਕਥਾ ਵਿਖਿਆਨ ਆਪਾਂ ਸਰਵਣ ਕਰ ਰਹੇ ਹਾਂ ਇਤਿਹਾਸ ਦਾ ਪ੍ਰਸੰਗ, ਇਹ ਘਟਨਾਵਾਂ ਹਨ ਸਾਧ ਸੰਗਤ ਜੀਓ ਸਨ 1746 ਦੀਆਂ, ਜਦੋਂ ਜ਼ਕਰੀਆ ਖਾਨ ਦੀ ਮੌਤ ਹੋਈ। ਇਹਦੇ ਦੋਵੇਂ ਬੇਟੇ, ਇੱਕ ਕੋਲ ਮੁਲਤਾਨ ਤੇ ਇੱਕ ਕੋਲ ਲਾਹੌਰ ਦੀ ਸੂਬੇਦਾਰੀ ਸੀ। ਚੌਪਏ ਅਹੀਆ ਖਾਂ ਔਰ ਸ਼ਾਹ ਨਵਾਜ਼, ਯਹੀਆ ਖਾਂ ਤਥਾ ਸ਼ਾਹ ਨਵਾਜ਼ ਦੋਨੋਂ ਮਿਲ ਕਰ ਕੀਨੋ ਰਾਜ। ਦੋਵਾਂ ਨੇ ਵੱਖ ਵੱਖ ਥਾਵਾਂ ਤੇ ਮਿਲ ਕੇ ਰਾਜ ਕੀਤਾ। ਸ਼ਾਹ ਨਵਾਜ਼ ਫੜ ਅਹੀਓ ਲਿਓ। ਸ਼ਾਹ ਨਵਾਜ਼ ਨੇ ਯਹੀਆ ਖਾਂ, ਇੱਥੇ ਅਹੀਆ ਖਾਂ ਯਹੀਆ ਖਾਨ ਨੂੰ ਪਕੜ ਲਿਆ। ਲੋਟ ਕੋਟ ਬਾਹਰ ਕਰ ਦਿਓ। ਇਹਨੂੰ ਲੁੱਟ ਕੁੱਟ ਕੇ ਫਿਰ ਇਹ ਆਪਣੇ ਨਾਨਕੇ ਭਾਵ ਦਿੱਲੀ ਉਸ ਥਾਂ ਤੇ ਚਲਾ ਗਿਆ। ਇਸ ਬਿਦ ਕਾਲ ਕਛੁਕ ਬਿਤਾਇਓ। ਇਸ ਪ੍ਰਕਾਰ ਕੁਛ ਇੱਕ ਜਿਹੜਾ ਇਹ ਸਮਾਂ ਬਤੀਤ ਹੋਇਆ। ਸ਼ਾਹ ਨਵਾਜ਼ ਨਵਾਬ ਕਹਾਇਓ। ਫਿਰ ਉਹ ਸ਼ਾਹ ਨਵਾਜ਼ ਇਥੋਂ ਦਾ ਭਾਵ ਨਵਾਬ ਬਣਿਆ ਲਾਹੌਰ ਦਾ। ਸੋ ਪੇ ਲਾਗਿਓ ਸਿੰਘਨ ਮਾਰਨ। ਪਰ ਜਿਹੜਾ ਫਿਰ ਸਿੰਘਾਂ ਉੱਪਰ ਜਿਹੜਾ ਸਮਾਂ ਸੀ, ਕਿਉਂਕਿ ਸਿੰਘ ਤਾਂ ਫਿਰ ਆਪਣੀ ਜਿਹੜੀ ਥਾਂ ਵਾਸਤੇ, ਆਪਣੀ ਜਗ੍ਹਾ ਵਾਸਤੇ, ਆਪਣੇ ਰਾਜ ਭਾਗ ਵਾਸਤੇ ਪਏ ਜੂਝ ਰਹੇ ਸਨ। ਹੁਣ ਜਿਹੜਾ ਵੀ ਨਵਾਬ ਬਣ ਕੇ ਆਇਆ ਜਾਂ ਜਿਹੜਾ ਵੀ ਉਸ ਥਾਂ ਤੇ ਮਾਲਕ ਬਣ ਕੇ ਆਇਆ, ਤੇ ਉੱਪਰ ਜ਼ੁਲਮੋ ਸਿਤਮ ਕਰਨੇ ਸ਼ੁਰੂ ਕਰ ਦਿੱਤੇ। ਹੁਣ ਜਦੋਂ ਸ਼ਾਹ ਨਵਾਜ਼ ਆਣ ਕੇ ਰਾਜ ਭਾਗ ਦਾ ਮਾਲਕ ਬਣ ਕੇ ਬੈਠ ਗਿਆ, ਤੇ ਜਿਹੜੀ ਪਹਿਲਾਂ ਵਾਲੀ ਸੀ ਭਾਵ ਜਦੋਂ ਫਰਖਸ਼ੀਅਰ ਸੀ, ਫਰਖਸ਼ੀਅਰ ਤੋਂ ਬਾਅਦ ਫਿਰ ਅਬਦੁ ਸਮਦ ਖਾਂ ਆਇਆ, ਅਬਦੁ ਸਮਦ ਖਾਂ ਤੋਂ ਬਾਅਦ ਜ਼ਕਰੀਆ ਖਾਂ ਆਇਆ, ਜ਼ਕਰੀਏ ਖਾਂ ਤੋਂ ਬਾਅਦ ਹੁਣ ਸ਼ਾਹ ਨਵਾਜ਼ ਆਣ ਕੇ ਬੈਠਾ। ਜਿਹੜੀ ਇਹਨਾਂ ਦੀ ਪਿਤਾ ਪੁਰਖੀ ਕੰਮ ਸੀ ਕਿ ਸਿੰਘਾਂ ਉੱਪਰ ਜ਼ੁਲਮੋ ਸਿਤਮ ਕਰਨੇ, ਉਹਨਾਂ ਨੇ ਬਸ ਉਹ ਚਾਲ ਫੜੀ ਰੱਖੀ, ਭਾਵ ਗੁਰੂ ਕੇ ਖਾਲਸੇ ਉੱਪਰ ਉਹ ਹੀ ਭਯੰਕਰ ਸਮਾ ਰਿਹਾ। ਐਸੋ ਭਇਓ ਸਮੇਂ ਕੋ ਕਾਰਨ। ਐਸਾ ਕੁਝ ਇੱਕ ਸਮੇਂ ਦੀ ਚਾਲ ਰਹੀ। ਲਖਪਤ ਜਸਪਤ ਭਏ ਦੀਵਾਨ। ਹੁਣ ਇਹ ਆਪ ਤੁਰਕ ਸੀ, ਸ਼ਾਹ ਨਵਾਜ਼ ਆਪ ਇਹ ਤੁਰਕ ਸੀ, ਪਰ ਜਿਹੜੇ ਇਹਦੇ ਅਗਾਂ ਦੀਵਾਨ ਸਨ, ਦੀਵਾਨ ਲਖਪਤ ਰਾਏ,
ਇਹ ਹੁਣ ਹੈਗਾ ਖੱਤਰੀ ਪਰਿਵਾਰ ਦੇ ਵਿੱਚੋਂ ਸਨ। ਕਲਾ ਨੌਰ ਕੇ ਖਤਰੇ ਜਾਨ। ਇਹ ਗੁਰਦਾਸਪੁਰ ਲਾਗੇ ਜੋ ਕਲਾ ਨੌਰ, ਉਥੋਂ ਦੇ ਇਹ ਦੋਵੇਂ ਖੱਤਰੀ ਭਰਾ ਸਨ। ਤੇ ਪੇ ਸੰਗਨ ਮਾਰਨ ਡਹੇ। ਉਹ ਕਿਹੜਾ ਵੀ ਨਾਲ ਘੱਟ ਸਨ, ਕਿਉਂਕਿ ਜਿਵੇਂ ਦਾ ਭਾਵ ਹੁਣ ਨਵਾਬ ਸੀ, ਪਰ ਇਹਨਾਂ ਵਿੱਚੋਂ ਜਿਵੇਂ ਸਮੇਂ ਨਾਲ ਪੜ੍ਹਨੇ ਹਾਂ, ਦੀਵਾਨ ਕੌੜਾ ਮੱਲ ਜੀ, ਬੇਸ਼ੱਕ ਨਾਮ ਇਹਨਾਂ ਦਾ ਦੀਵਾਨ ਕੌੜਾ ਮੱਲ ਸੀ, ਪਰ ਗੁਰੂ ਕਾ ਖਾਲਸਾ ਇਹਨਾਂ ਨੂੰ ਮਿੱਠਾ ਮੱਲ ਕਰਕੇ ਸੱਦਦਾ ਸੀ। ਬੇਸ਼ੱਕ ਇਹ ਦੀਵਾਨ ਸਨ, ਦੀਵਾਨ ਕੌੜਾ ਮੱਲ ਤੁਰਕਾਂ ਦੇ ਸਮੇਂ ਦੇ ਅੰਦਰ, ਪਰ ਇਹਨਾਂ ਦਾ ਜਿੱਥੇ ਵੀ ਕੋਈ ਵਾਅਦਾ ਲੱਗਣੀ, ਜਿੱਥੇ ਵੀ ਇਹਨਾਂ ਨੂੰ ਕੋਈ ਸਮਾਂ ਮਿਲਣਾ, ਕੋਈ ਗੱਲਬਾਤ ਹੋਣੀ, ਰਾਜ ਭਾਗ ਜਾਂ ਕੋਈ ਵੀ ਇਹਨੇ ਹੁਕਮ, ਕਿਸੇ ਨਵਾਬ ਇਤਿਆਦਿਕ ਨੇ ਹੁਕਮ ਚੜਾਉਣਾ, ਤੇ ਦੀਵਾਨ ਕੌੜਾ ਮੱਲ ਜੀਆਂ ਨੇ ਕਿਸੇ ਨਾ ਕਿਸੇ ਤਰੀਕੇ ਗੁਰੂ ਕੇ ਖਾਲਸੇ ਦਾ ਭਲਾ ਹੀ ਕਰਨਾ। ਹੈਨ ਤਾਂ ਉਹ ਵੀ ਖੱਤਰੀ ਸਨ, ਹੁਣ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਜਿਹੜੇ ਸ਼ਾਹ ਨਵਾਜ਼ ਦੇ ਵੇਲੇ ਇਹ ਦੋਵੇਂ ਭਰਾ ਦੀਵਾਨ ਲਖਪਤ ਰਾਏ ਤਥਾ ਜਸਪਤ ਰਾਏ ਭਾਈ ਸਾਹਿਬ ਜੀ ਅੰਕਿਤ ਕਰਦੇ ਹਨ। ਕਹਿੰਦੇ ਉਹ ਵੀ ਬਸ ਉਸੇ ਚਾਲ ਦੇ ਨਾਲ, ਜਿਹੜੀ ਚਾਲ ਤੁਰਕ ਰਾਜ ਦੀ ਸੀ, ਉਹ ਵੀ ਸਿੰਘਾਂ ਉੱਪਰ ਜ਼ੁਲਮੋ ਸਿਤਮ ਕਰਨ ਲੱਗੇ। ਉਨ ਸਿਉ ਖਾਲਸੋ ਲਰ ਮਰ ਖਹੇ। ਉਹਨਾਂ ਨਾਲ ਗੁਰੂ ਕਾ ਖਾਲਸਾ ਹੁਣ ਲੜ ਕੇ ਭਾਵ ਮਰਨ ਲੱਗੇ। ਸਿੰਘ ਪੇ ਰਖੈ ਪਾਤਸ਼ਾਹੀ ਦਾਵਾ। ਗੁਰੂ ਕਾ ਖਾਲਸਾ ਉਹ ਵੀ ਕਹਿੰਦੇ ਨੇ ਵੀ ਅਸੀਂ ਇੱਥੋਂ ਦੇ ਮਾਲਕਾਂ, ਵੀ ਜਿਸ ਭੂਮੀ ਉੱਪਰ ਤੁਸੀਂ ਰਾਜ ਪਏ ਕਰਦੇ ਹੋ, ਸਤਿਗੁਰੂ ਜੀਆਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਮਾਰੇ ਤੁਰਕਨ ਕਰਕੇ ਧਾਵਾ। ਤੁਰਕਾਂ ਨੂੰ ਧਾਵਾ ਕਰਕੇ ਮਾਰਦੇ ਹਨ। ਜੈ ਸਿੰਘਨ ਕੋ ਸੁਨੈ ਸੋ ਡੇਰਾ। ਹੁਣ ਆਜੋ ਜਸਪਤ ਰਾਏ ਜਿੱਥੇ ਵੀ ਗੁਰੂ ਕੇ ਖਾਲਸੇ ਦਾ ਕਿਸੇ ਥਾਂ ਤੇ ਕੋਈ ਡੇਰਾ ਇਤਿਆਦਿਕ ਪੜਾਅ ਸੁਣਦੇ ਨੇ, ਵੀ ਫਲਾਣੀ ਥਾਂ ਤੇ ਗੁਰੂ ਕਾ ਖਾਲਸਾ ਲੰਘਦਾ ਕਿਤੇ ਰੁਕਿਆ ਹੈ, ਜਿੱਥੇ ਵੀ ਉਹ ਸੁਣਦਾ ਹੈ, ਤੁਰਕ ਫੌਜ ਜਾ ਪਾਵੇ ਘੇਰਾ। ਉਸੇ ਥਾਂ ਤੇ ਜਾ ਕੇ ਇਹ ਘੇਰਾ ਪਾ ਲੈਂਦੇ ਹਨ। ਦੋਹਰਾ ਲਰੈ ਮਰੈ ਸਿੰਘ ਨੱਠ ਤੁਰੈ, ਤੁਰ ਨੱਠ ਫਿਰ ਮੁੜ ਪਾਹੇ। ਹੁਣ ਕਹਿੰਦੇ ਗੁਰੂ ਕੇ ਖਾਲਸੇ ਦੀ ਹੁਣ ਜਿਹੜੀ ਚਾਲ ਸੀ ਜੰਗੀ ਮੈਦਾਨ ਦੇ ਅੰਦਰ, ਕੀ ਕਰਦੇ ਹਨ? ਗੁਰੂ ਕਾ ਖਾਲਸਾ ਜਾਨ ਵੀ ਬਚਾਉਂਦਾ ਹੈ। ਲਰੈ ਸਿੰਘ ਮਰੈ ਸਿੰਘ ਨੱਠ ਤੁਰੈ, ਤੁਰਦੇ ਤੁਰਦੇ ਨਾਲ ਲੜਦੇ ਵੀ ਨੇ, ਲੜਦੇ ਲੜਦੇ ਨਾਲ ਤੁਰਦੇ ਵੀ ਹਨ। ਫਿਰ ਇੱਕੋ ਦਮ ਰੁਕ ਕੇ ਇੱਕੋ ਦਮ ਹਮਲਾ ਕਰਕੇ, ਕਿਉਂਕਿ ਨਾਲ ਕਈ ਥਾਵਾਂ ਤੇ ਨਾਲ ਬਾਗ ਪਰਿਵਾਰ ਵੀ ਗੁਰੂ ਕੇ ਖਾਲਸੇ ਦਾ ਨਾਲ ਸੀ। ਅਜਿਹੇ ਸਮੇਂ ਦੇ ਅੰਦਰ ਬੱਚਿਆਂ ਨੂੰ ਨਾਲ, ਇਸਤਰੀਆਂ ਨੂੰ, ਬਾਲ ਪਰਿਵਾਰ ਉਹ ਵੀ ਕਈ ਵਾਰ ਜਦੋਂ ਨਾਲ ਹੁੰਦੇ ਸਨ, ਤੇ ਇਸ ਤਰ੍ਹਾਂ ਦੇ ਨਾਲ ਗੁਰੂ ਕੇ ਖਾਲਸੇ ਨੂੰ ਰਣਨੀਤੀ ਬਣਾਉਣੀ ਪੈਂਦੀ ਸੀ ਕਿ ਜਿਸ ਪ੍ਰਕਾਰ ਇੱਕ ਕੁਕੜੀ ਆਪਣੇ ਭਾਵ ਬੱਚਿਆਂ ਨੂੰ ਬਚਾਉਂਦੀ ਹੋਈ ਇੱਲ ਜਾਂ ਕਿਸੇ ਅਜਿਹੇ ਜਾਨਵਰ ਇਤਿਆਦਿਕ ਪੰਛੀ ਤੋਂ ਜਿਵੇਂ ਖੰਭਾਂ ਦੇ ਹੇਠ ਲੁਕਾਉਂਦੀ ਹੈ, ਗੁਰੂ ਕਾ ਖਾਲਸਾ ਆਪਣੇ ਬਾਗ ਪਰਿਵਾਰ ਨੂੰ ਖੰਭਾਂ ਹੇਠ ਲੁਕੋ ਕੇ ਨਾਲ ਚੱਲਦਾ ਸੀ, ਨਾਲ ਪਿੱਛੇ ਹਮਲਾ ਵੀ ਕਰਨਾ, ਹਮਲਾਵਰ ਦੇ ਉੱਪਰ ਵੀ ਹਮਲਾ ਕਰਨਾ। ਮਾਰ ਭਜੈ ਸਿੰਘ ਜਹ ਛਿਪੈ, ਗੈਲੇ ਤੁਰਕ ਅਕਾਹੇ। ਮਾਰੇ ਭੱਜੈ ਭਾਵ ਮਾਰ ਕੇ ਨੱਠਦੇ ਵੀ ਨੇ, ਤੇ ਜੇ ਫਿਰ ਪਿੱਛੇ ਨਾਲ ਆਉਂਦੇ ਹਨ ਤੇ ਉਹਨਾਂ ਉੱਪਰ ਉਸੇ ਤਰ੍ਹਾਂ ਹਮਲਾ ਕਰਨਾ। ਚੌਪਈ ਅਕ ਪਕ ਸਿੰਘ ਦਿਨ ਸੋ ਗੁਜ਼ਾਰੈ। ਸੌਖੇ ਇਸ ਪ੍ਰਕਾਰ ਸੁਖ ਦੁੱਖ ਦੇ ਅੰਦਰ ਗੁਰੂ ਕਾ ਖਾਲਸਾ ਇਹੋ ਸੋਚ ਕੇ ਵੀ ਚਲੋ ਹੁਣ ਦੁੱਖ ਹੈ, ਸਮੇਂ ਨਾਲ ਕੋਈ ਗੱਲ ਨਹੀਂ, ਸੁਖ ਵੀ ਆਵੇਗਾ, ਇਸ ਪ੍ਰਕਾਰ ਸਿੰਘ ਸਮਾਂ ਪਏ ਗੁਜ਼ਾਰਦੇ ਹਨ। ਉਹਾ ਤੇ ਫਿਰ ਅੱਗੇ ਸੁਧਾਰੈ। ਇੱਕ ਥਾਂ ਤੇ ਪੜਾ ਕੀਤਾ, ਜੋ ਉੱਥੇ ਹਮਲਾ ਹੋਇਆ, ਤੇ ਫਿਰ ਉਸ ਥਾਂ ਤੋਂ ਦੂਸਰੀ ਥਾਂ ਤੇ ਉੱਠ ਕੇ ਚਲੇ ਜਾਣਾ। ਕਰਨ ਪਾਤਸ਼ਾਹੀ ਆਸਾ ਧਾਰੈ। ਸੋਚ ਕੇ ਕਿ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੌੜੀ ਕਰਨਗੇ, ਪਾਵੈ ਦੁੱਖ ਸੋ ਸੁਖ ਵਿਚਾਰੈ। ਕਹਿੰਦੇ ਅਜਿਹੇ ਸਮੇਂ ਦੇ ਅੰਦਰ ਜਦੋਂ ਦੁੱਖ ਦਾ ਅਤਿਅੰਤ ਭਿਅੰਕਰ ਸਮਾਂ ਹੈ, ਉਸ ਸਮੇਂ ਨੂੰ ਵੀ ਗੁਰੂ ਕਾ ਖਾਲਸਾ ਸੁਖ ਕਰਕੇ ਜਾਣਦਾ ਹੈ। ਅਜਿਹੇ ਸਮੇਂ ਦੇ ਅੰਦਰ ਹੀ ਸਾਧ ਸੰਗਤ ਜੀਓ ਜਿਹੜੇ ਆ ਖਾਲਸਾ ਹੀ ਬੋਲੇ ਬਣੇ, ਖਾਣੇ ਸੁੱਕੇ ਆਪਣਾ ਛੋਲੇ ਤੇ ਦਸਨਾ ਬਦਾਮ,
ਹੋਣਾ ਅਤਿਅੰਤ ਭਿਅੰਕਰ ਸਮੇਂ ਦੇ ਅੰਦਰ ਜੇ ਕਿਸੇ ਨੇ ਪੁੱਛ ਲੈਣਾ ਕੈਸਾ ਹੈ ਹਾਲ, ਤੇ ਅੱਗੋਂ ਇਹੋ ਚੜ੍ਹਦੀ ਕਲਾ ਦੇ ਅੰਦਰ ਬੋਲ ਬੋਲਣੇ, ਆਪਣੇ ਅੰਦਰ ਨੂੰ ਭਾਵ ਮਨੋ ਬਿਰਤੀ ਨੂੰ ਉਸ ਚੜ੍ਹਦੀ ਕਲਾ ਦੇ ਵਿੱਚ ਗੁਰੂ ਕੇ ਖਾਲਸੇ ਨੇ ਰੱਖਣਾ। ਬਚਨ ਗੁਰੂ ਹਮ ਸਾਚ ਪੇ ਹੋ ਹੈ। ਗੁਰੂ ਕੇ ਬੋਲ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਇਹ ਬੋਲ ਸੱਚ ਹੋਵਣਗੇ। ਹੰਨੇ ਹੰਨੇ ਹਮ ਸ਼ਾਹੀ ਕਰੋ ਕਹਿੰਦੇ ਹੈ। ਹੰਨੇ ਹੰਨੇ ਤੋਂ ਭਾਵ ਘੋੜਿਆਂ ਦੀਆਂ ਕਾਠੀਆਂ ਦੇ ਉੱਪਰ ਜਿਹੜੇ ਘੋੜ ਸਵਾਰ ਪਾਤਸ਼ਾਹੀ ਸਾਰੇ ਦਾਵਾ ਰੱਖਦੇ ਹਨ। ਕੋ ਸਿੰਘ ਕਾਨਨ ਮੈਂ ਬਹਿ। ਕਈ ਸਿੰਘ ਹੁਣ ਜੰਗਲਾਂ ਬੇਲਿਆਂ ਦੇ ਅੰਦਰ ਰਹਿੰਦੇ ਹਨ। ਸ਼ੇਰ ਬਗਿਆੜ ਖੱਡਨ ਮੈਂ ਤੇ ਰਹਿ। ਜਿੱਥੇ ਸ਼ੇਰ ਬਘਿਆੜ ਜੰਗਲੀ ਜਾਨਵਰਾਂ ਦਾ ਵਾਸਾ, ਤੇ ਜਾ ਕੇ ਉਹਨਾਂ ਦੀਆਂ ਖੱਡਾਂ ਵਿੱਚ ਜਾ ਕੇ ਇਹਨਾਂ ਆਪਣਾ ਨਿਵਾਸ ਰੱਖਣਾ। ਕੋ ਦਰਿਆਓ ਬਰੇਤੀ ਰਹਿ। ਕਈ ਗੁਰੂ ਕੇ ਖਾਲਸੇ ਹੁਣ ਬਰੇਤੀ ਦੇ ਅੰਦਰ ਜਿਨ੍ਹਾਂ ਥਾਵਾਂ ਦੇ ਉੱਪਰ ਵੀ ਸਾਰੇ ਪਾਸੇ ਪਾਣੀ ਹੋਣਾ, ਤੇ ਦਰਿਆ ਦੇ ਮੱਧ ਦੇ ਵਿਚਕਾਰ ਜੇ ਕਿਤੇ ਉੱਚੀ ਥੋੜੀ ਜੀ ਬਰੇਤੀ ਟਿੱਬਾ ਵੇਖਣਾ, ਤੇ ਉੱਥੇ ਜਾ ਕੇ ਚਲੋ ਪੜਾ ਕਰ ਲੈਣਾ, ਇਹੋ ਸੋਚ ਕੇ ਵੀ ਇੱਕੋ ਦਮ ਕੋਈ ਹਮਲਾ ਨਾ ਕਰ ਸਕੇ। ਜਿਹੜੀ ਥਾਂ ਤੇ ਕੋਈ ਬਰੇਤੀ ਇਤਿਆਦਿਕ ਵੇਖ ਲੈਣੀ, ਦਰਿਆ ਦੇ ਐਨ ਮੱਧ ਵਿਚਕਾਰ ਜਾ ਕੇ ਉੱਥੇ ਜਾ ਕੇ ਇਹਨਾਂ ਆਪਣਾ ਥੋੜੇ ਸਮੇਂ ਲਈ ਨਿਵਾਸ ਰੱਖਣਾ। ਤੁਰਕ ਜਾਹੇ ਤਾਹੀ ਥਾਂ ਲਹੈ। ਤੁਰਕ ਜਾ ਕੇ ਭਾਈ ਸਾਹਿਬ ਜੀ ਲਿਖਦੇ, ਕਹਿੰਦੇ ਤੁਰਕ ਉਸ ਥਾਂ ਵੀ ਜਾ ਕੇ ਹਮਲਾ ਕਰਦੇ ਹਨ। ਦੋਹ ਔਰ ਜਹ ਹੋਵੈ ਨੀਰ। ਦੋ ਥਾਵਾਂ ਤੇ ਸਾਰੇ ਪਾਸੇ ਜਿੱਥੇ ਨੀਰ ਭਾਵ ਪਾਣੀ ਹੋਵੇ। ਲੁਕੇ ਬਚਾਵੈ ਆਪਨ ਹੁਣ ਸ਼ਰੀਰ। ਉਸ ਹਮਲੇ ਤੋਂ ਭਾਵ ਆਪਣੇ ਆਪ ਤਨ ਨੂੰ ਸਰੀਰ ਨੂੰ ਬਚਾਉਣਾ। ਤੁਰਕ ਫੌਜ ਸੋ ਚਹੂ ਵੱਲ ਰੁਕੈ। ਤੁਰਕ ਫੌਜ ਭਾਵ ਸਾਰੇ ਪਾਸਿਆਂ ਤੋਂ ਸਮੁੰਦਰ ਦੇ ਦਰਿਆ ਦੇ ਉਰਲੇ ਪਾਸੇ ਤਥਾ ਪਰਲੇ ਪਾਸੇ ਰੋਕ ਕਰਕੇ ਹਮਲਾਵਰ ਹੋਣਾ। ਮਾਰ ਬਦੋਕਨ ਤਬ ਤਿਨ ਫੂਕੈ। ਦੂਰੋਂ ਉਹਨਾਂ ਨੇ ਤੁਰਕਾਂ ਨੇ ਸਿੰਘਾਂ ਉੱਪਰ ਸ਼ਿਸ਼ਤਾਂ ਬੰਨ ਕੇ ਨਿਸ਼ਾਨੇ ਬੰਨ ਕੇ ਭਾਵ ਬੰਦੂਕਾਂ ਨਾਲ ਵਾਰ ਕਰਨੇ। ਸਿੰਘ ਨੀਰ ਮੈਂ ਡੁੱਬ ਡੁੱਬ ਤਰੈ। ਗੁਰੂ ਕੇ ਖਾਲਸੇ ਨੇ ਫਿਰ ਹੁਣ ਪਾਣੀ ਅੰਦਰ ਭਾਵ ਚੁੱਭੀ ਮਾਰ ਲੈਣੀ। ਡੂੰਘੇ ਭਾਵ ਜਲ ਦੇ ਅੰਦਰ ਪਾਣੀ ਅੰਦਰ ਚੁੱਭੀ ਮਾਰ ਕੇ ਆਪਣੇ ਆਪ ਨੂੰ ਬਚਾਉਣਾ। ਤੁਰਕ ਮਦੋਕਨ ਫੁੰਡਨ ਕਰੈ। ਤੇ ਜਿੱਥੋਂ ਵੀ ਭਾਵ ਫਿਰ ਇਹਨਾਂ ਨੇ ਸਾਹ ਲੈਣ ਵਾਸਤੇ ਜਦੋਂ ਥੋੜਾ ਜਿਹਾ ਬਾਹਰ ਸਾਹ ਕੱਢਣਾ, ਧੌਣ ਬਾਹਰ ਕੱਢਣੀ, ਤੇ ਤੁਰਕਾਂ ਨੇ ਫਿਰ ਉੱਥੇ ਹੀ ਨਿਸ਼ਾਨੇ ਲਾ ਕੇ ਵਿੰਨ ਦੇਣਾ। ਦੋਹਰਾ ਘਰ ਤੇ ਕੱਢੇ ਸੋ ਬਣ ਲੁਕੈ। ਬਨ ਤਜ ਨੀਰ ਲੁਕਾਏ। ਹੁਣ ਭਾਈ ਰਤਨ ਸਿੰਘ ਭੰਗੂ ਜੀਆਂ ਨੇ ਹੁਣ ਜਿਹੜਾ ਸਾਰਾ ਇਹਦਾ ਸੀ ਨਾ ਨਿਚੋੜ ਇਸ ਦੋਹਰੇ ਅੰਦਰ ਅੰਕਿਤ ਕੀਤਾ। ਕਹਿੰਦੇ ਘਰੋਂ ਤੁਰਕਾਂ ਨੇ ਕੱਢ ਦਿੱਤਾ, ਜਾਂ ਘਰ ਬੇਲੇ ਆਪਣੇ ਛੱਡ ਕੇ ਆਪਣੀ ਮਾਲ ਪਸ਼ੂ ਜੀਆਂ ਨੂੰ ਛੱਡ ਕਰਕੇ ਗੁਰੂ ਕਾ ਖਾਲਸਾ ਜੰਗਲ ਵਿੱਚ ਗਿਆ ਆਪਣੇ ਆਪ ਤਨ ਨੂੰ ਸਰੀਰ ਨੂੰ ਬਚਾਉਣ ਵਾਸਤੇ। ਜੰਗਲਾਂ ਵਿੱਚ ਗਏ ਤੇ ਜੰਗਲਾਂ ਵਿੱਚ ਝਾੜੀਆਂ ਨੂੰ ਇਹਨਾਂ ਨੇ ਅੱਗਾਂ ਲਾ ਦਿੱਤੀਆਂ। ਕਾ ਸਰਵਣ ਆਪਾਂ ਕਰਾਂਗੇ ਜਦੋਂ ਕਾਨੂੰ ਆਣ ਦੀ ਛੰਭ ਦੇ ਅੰਦਰ ਇੱਕ ਪਾਸੇ ਤੋਂ ਫੌਜ ਖਿਲਾਰ ਦਿੱਤੀ, ਦੂਜੇ ਪਾਸੇ ਤੋਂ ਅੱਗ ਲਾ ਦਿੱਤੀ। ਘਰੋਂ ਕੱਢੇ ਜੰਗਲਾਂ ਵਿੱਚ ਗਏ, ਜੰਗਲਾਂ ਨੂੰ ਅੱਗ ਲਾਈ। ਕਹਿੰਦੇ ਜੰਗਲਾਂ ਤੋਂ ਬਚਦੇ ਦਰਿਆ ਵਿੱਚ ਗਏ, ਪਾਣੀ ਵਿੱਚ ਜਾ ਕੇ ਭਾਵ ਛਾਲ ਮਾਰ ਕੇ ਬਚਣ ਦਾ ਯਤਨ ਕੀਤਾ। ਪਰ ਕਹਿੰਦੇ ਹੁਣ ਪਾਣੀ ਕਿੱਥੇ, ਹੁਣ ਜੇ ਛਾਲ ਮਾਰੀ ਹੁਣ ਸਿੰਘ ਉਸ ਜਲ ਦੇ ਅੰਦਰ ਭਾਵ ਡੁੱਬ ਕੇ ਭਾਵ ਖਤਮ ਹੁੰਦੇ ਹਨ। ਜਲ ਮਹਿ ਲੁਕੈ ਤੋ ਨਹਿ ਬਚੈ। ਜਲ ਦੇ ਅੰਦਰ ਲੁਕ ਕਰਕੇ ਨਹੀਂ ਬਚਿਆ ਜਾਂਦਾ। ਕਹੋ ਸਿੰਘ ਕਤ ਜਾਹੇ। ਹੁਣ ਦੱਸੋ ਵੀ ਗੁਰੂ ਕਾ ਖਾਲਸਾ ਹੁਣ ਕਿਹੜੀ ਥਾਂ ਤੇ ਐਸੀ ਥਾਂ ਤੇ ਜਾਏ ਵੀ ਜਿੱਥੇ ਜਾ ਕੇ ਹੁਣ ਉਹ ਬਚ ਸਕੇ। ਕਿਹੜੀ ਐਸੀ ਥਾਂ ਹੋਵੇ ਜਿੱਥੇ ਉਹ ਆਪਣਾ ਆਪ ਅਜਿਹਾ ਭਿਅੰਕਰ ਸਮਾਂ ਸਾਧ ਸੰਗਤ ਜੀਓ। ਕਈ ਵਾਰ ਗਿਆਨੀ ਜੀਆਂ ਨੇ ਜਦੋਂ ਸਮਾਂ ਮਿਲਦਾ ਆਪਾਂ ਜ਼ਿਕਰ ਕਰਨੇ ਆ। ਅਰਦਾਸ ਦਾ ਤੀਸਰਾ ਪਹਿਰਾ ਹੈ ਜਿਹੜਾ ਸਰਵਣ ਆਪਾਂ ਕਰਨੇ ਹਾਂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ।
ਇਹੋ ਸਰਵਣ ਆਪਾਂ ਕਰਦੇ ਸਾਂ ਜਿਨ੍ਹਾਂ ਨੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾਂ ਵਿੱਚ ਪਵਾਏ, ਮੂੰਹ ਸੀ ਤੱਕ ਨਾ ਕੀਤੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਐਸਾ ਕੁਰਬਾਨੀ ਭਰਿਆ ਜਿਹੜਾ ਉਹਨਾਂ ਦਾ ਇਤਿਹਾਸ। ਕਹਿੰਦੇ ਘਰੋਂ ਕੱਢੇ, ਜੰਗਲਾਂ ਵਿੱਚ ਗਏ, ਜੰਗਲਾਂ ਨੂੰ ਅੱਗਾਂ ਲਾਈਆਂ, ਪਾਣੀ ਤੱਕ ਗਏ, ਹੁਣ ਪਾਣੀ ਵਿੱਚ ਕਹਿੰਦੇ ਛਾਲਾਂ ਮਾਰ ਕੇ ਕਿੱਥੋਂ ਤੱਕ ਬਚਣ। ਦੱਸੋ ਖਾਂ ਕਿਹੜੀ ਐਸੀ ਥਾਂ ਹੋਵੇ ਜਿੱਥੇ ਜਾ ਕੇ ਗੁਰੂ ਕਾ ਖਾਲਸਾ ਆਪਣਾ ਟਿਕਾਣਾ ਠਾਰ ਪਾ ਲਵੇ। ਕਿਉਂ? ਜਦੋਂ ਜਾਂਦੇ ਸਨ ਉਹਨਾਂ ਕਹਿਣਾ ਤੁਸੀਂ ਆਪਣਾ ਧਰਮ ਈਮਾਨ ਤਬਦੀਲ ਕਰੋ ਜੇ ਤੁਸੀਂ ਵਸਣਾ ਚਾਹੁੰਦੇ ਹੋ। ਗੁਰੂ ਕੇ ਖਾਲਸੇ ਨੇ ਕਹਿਣਾ ਨਹੀਂ, ਅਜਿਹੇ ਸਮੇਂ ਨਾਲੋਂ ਤਾਂ ਸਾਨੂੰ ਮੌਤ ਕਈ ਦਰਜੇ ਚੰਗੀ ਹੈ। ਅਜਿਹਾ ਭਿਅੰਕਰ ਭਾਵ ਜਿਹੜਾ ਦੁੱਖਾਂ ਵਾਲਾ ਸਮਾਂ ਉਹਨਾਂ ਉੱਪਰ ਆਇਆ। ਚੌਪਈ ਪਰੇ ਨਿਸਾ ਛੋਟੇ ਸਿੰਘਨ ਖਿਆਲ। ਕਹਿੰਦੇ ਜਦੋਂ ਰਾਤ ਪੈ ਜਾਂਦੀ ਹੈ, ਜਦੋਂ ਰਾਤ ਪਈ, ਜਿਹੜੇ ਤੁਰਕ ਆਪਣੀ ਫੌਜ ਨਾਲੋਂ ਜਿਹੜੇ ਭਾਵ ਗੁਰੂ ਕੇ ਖਾਲਸੇ ਨੂੰ ਮਾਰਦੇ ਹੋਏ ਭਾਵ ਜਿਹੜੇ ਫੌਜ ਤੋਂ ਵੱਖਰੇ ਹੋ ਜਾਂਦੇ ਸਨ, ਤੁਰਕ ਲਰੈ ਮੁੜ ਡੇਰਨ ਨਾਲ। ਉਹ ਜਾ ਕੇ ਫਿਰ ਆਪਣੀ ਫੌਜ ਵਿੱਚ ਜਾ ਕੇ ਮਿਲ ਜਾਂਦੇ ਸਨ। ਮੋਏ ਸਿੰਘ ਜੋ ਦੇਹ ਬਹਾਏ। ਖਾਲਸੇ ਹੁਣ ਜਿਹੜੇ ਰਣ ਤੱਤੇ ਦੇ ਅੰਦਰ ਜਾਂ ਉਹਨਾਂ ਥਾਵਾਂ ਦੇ ਉੱਪਰ ਜਿਹੜੇ ਸ਼ਹਾਦਤ ਦਾ ਜਾਮ ਪੀ ਜਾਂਦੇ ਸਨ, ਉਹਨਾਂ ਨੂੰ ਫਿਰ ਵਗਦੇ ਦਰਿਆ ਦੀ ਭੇਟ ਕਰ ਦੇਣਾ। ਹੁਣ ਸਰੀਰ ਵੀ ਤਾਂ ਸਾਂਭਣਾ, ਇੰਨਾ ਸਮਾਂ ਕਿੱਥੇ ਸੀ ਵੀ ਸੰਸਕਾਰ ਇਤਿਆਦ ਕਰਨਾ, ਕਿੱਥੋਂ ਉਹਨਾਂ ਨੇ ਜੰਗਲਾਂ ਵੇਲਿਆਂ ਦੇ ਅੰਦਰ ਇਤਨਾ ਸਮਾਂ ਵੀ ਭਾਵ ਨਹੀਂ ਸੀ ਵੀ ਜਿਹੜੇ ਸ਼ਹਾਦਤ ਦਾ ਜਾਮ ਪੀ ਜਾਣ ਵੀ ਉਹਨਾਂ ਦੇ ਸਰੀਰ ਇਤਿਆਦਕ ਵੀ ਭਾਵ ਸੰਸਕਾਰ ਤੱਕ ਵੀ ਕੀਤੇ ਜਾਣ। ਵੇਖਣਾ ਤੱਕਣਾ ਤੇ ਵਗਦੇ ਦਰਿਆ ਦੀ ਭੇਟ ਕਰ ਦੇਣੇ। ਜੋ ਜ਼ਖਮੀ ਤੇ ਲਏ ਉਠਾਏ। ਜ਼ਖਮੀ ਹੋ ਜਾਣੇ ਉਹਨਾਂ ਨੂੰ ਨਾਲ ਆਸਰਾ ਦੇ ਕੇ ਕੋਲੋਂ ਉਠਾ ਲੈਣਾ। ਦਿਸੇ ਨਾ ਜਗਾ ਜਾਵੇਂ ਜਾਹੇ। ਸੋਚਦੇ ਨੇ ਵੀ ਕਿਹੜੀ ਐਸੀ ਥਾਂ ਹੋਵੇ ਵੀ ਜਿਹੜੀ ਥਾਂ ਤੇ ਅਸੀਂ ਹੁਣ ਜਾਈਏ। ਐਸੇ ਠੌਰ ਨਾ ਜਹਾਂ ਬਚਾਹੇ। ਐਸੀ ਕੋਈ ਥਾਂ ਨਹੀਂ ਵੀ, ਕਿਉਂਕਿ ਸਾਰੇ ਪਾਸੇ ਹੁਣ ਹੁਕਮ ਜਿਹੜੇ ਸਖਤੀ ਨਾਲ ਚੜਾ ਦਿੱਤੇ ਗਏ ਸਨ। ਕੋਈ ਕਹੈ ਖਿੰਡ ਇੱਕ ਇੱਕ ਹੋਵੋ। ਹੁਣ ਵਿੱਚੋਂ ਮਤਾ ਕਿਸੇ ਨੇ ਪਕਾਇਆ ਵੀ ਇਕੱਠਿਆਂ ਨਾਲੋਂ ਇੱਕ ਕੰਮ ਕਰੀਏ, ਵੀ ਕੱਲੇ ਕੱਲੇ ਹੋ ਜਾਈਏ, ਵੀ ਕੱਲੇ ਕੱਲੇ ਹੋ ਕੇ ਹੁਣ ਕਿਦੇ ਕਿਦੇ ਮਗਰ ਜਾਣਗੇ ਵੀ ਆਪਣਾ ਆਪ ਆਪਾਂ ਨਿਸ਼ਾਨ ਆਪਣਾ ਬਚਾਉਣਾ ਕਰੀਏ। ਉਹ ਕਹੈ ਖਿੰਡ ਮਤ ਪਤ ਖੋਵੋ। ਕੋਈ ਵਿੱਚੋਂ ਕਹਿ ਰਹੇ ਨੇ ਵੀ ਨਹੀਂ, ਕੱਲੇ ਕੱਲੇ ਹੋਣ ਨਾਲ ਆਪਣਾ ਜ਼ਿਆਦਾ ਨੁਕਸਾਨ ਹੋਵੇਗਾ, ਇਕੱਠੇ ਹੋ ਕੇ ਆਪਾਂ ਜਿਹੜੇ ਪਾਸੇ ਜਾਣਾ ਹੈ ਇਕੱਠੇ ਹੋ ਕੇ ਚੱਲੀਏ ਵੀ ਜਿਹਦੇ ਨਾਲ ਆਪਣਾ ਨੁਕਸਾਨ ਘੱਟ ਹੋਵੇ। ਲਰੋ ਮਰੋ ਇਨ ਤੁਰਕਨ ਨਾਲ। ਕੋਈ ਵਿੱਚੋਂ ਫਿਰ ਚੜ੍ਹਦੀ ਕਲਾ ਨਾਲ ਪਿੱਛੋਂ ਆਵਾਜ਼ ਦਿੰਦਾ ਕੋਈ ਗੱਲ ਨਹੀਂ, ਜਿਵੇਂ ਸਾਹਮਣੇ ਆਉਣਗੇ ਆਪਾਂ ਇਹਨਾਂ ਨਾਲ ਲੜਾਂਗੇ। ਔਰ ਬਾਤ ਕੋ ਬਨੈ ਨਹਾਲ। ਫਿਰ ਸਾਰੀ ਸਲਾਹ ਕਰਕੇ ਸਾਰੇ ਮਸ਼ਵਰੇ ਕਰਕੇ ਫਿਰ ਇੱਕਦਮ ਚੁੱਪ ਛਾ ਜਾਣੀ ਵੀ ਹੋਰ ਤਾਂ ਕੋਈ ਹੁਣ ਹੱਲ ਇਸ ਗੱਲ ਦਾ ਹੈ ਹੀ ਨਹੀਂ। ਇੱਕ ਕਹੈ ਹਮ ਜਾਵੇਂ ਤਹੀਂ। ਕੋਈ ਇੱਕ ਵਿੱਚੋਂ ਕਹਿੰਦੇ ਅਸੀਂ ਸਿੱਧੇ ਹੀ ਭਾਵ ਜਿਹੜੇ ਪਾਸੇ ਤੁਰ ਆਉਣਗੇ ਆਪਾਂ ਸਿੱਧੇ ਉਸੇ ਪਾਸੇ ਜਾਵਾਂਗੇ। ਲਰਨੋ ਮਰਨੋ ਹੋਵੇ ਸਹੀ। ਪਾਸੇ ਦੇ ਨਾਲੋਂ ਭਾਵ ਜਿਹੜੇ ਦਿਨ ਆਪਾਂ ਪਏ ਕੱਟ ਰਿਆਂ ਦੇ ਨਾਲੋਂ ਤਾਂ ਆਪਾਂ ਸਿੱਧਾ ਜਾ ਕੇ ਉਹਨਾਂ ਦੇ ਨਾਲ ਦੋ ਹੱਥ ਕਰਕੇ ਸ਼ਹਾਦਤ ਦਾ ਜਾਮ ਪੀਵਾਂਗੇ। ਲਰਨ ਮਰਨ ਤੇ ਜੇ ਨਠ ਜਾਹੀ। ਕਹਿੰਦੇ ਜੇ ਹੁਣ ਆਪਾਂ ਲੜਨ ਮਰਨ ਤੋਂ ਭਾਵ ਜੇ ਆਪਾਂ ਇੱਥੇ ਨੱਠ ਗਏ ਉਹ ਹਮ ਕਿਵ ਪਾਵੇਂ ਪਾਤਸ਼ਾਹੀ। ਫਿਰ ਆਪਾਂ ਪਾਤਸ਼ਾਹੀ ਕਦੋਂ ਪਾਵਾਂਗੇ? ਇੱਕ ਪਾਸੇ ਆਪਾਂ ਕਹਿੰਨੇ ਆਪਾਂ ਦਾਵਾ ਕਰਨੇ ਹਾਂ, ਫਿਰ ਆਪਾਂ ਕਦੋਂ ਫਿਰ ਪਾਤਸ਼ਾਹੀ ਦਾਵੇ ਉੱਪਰ ਭਾਵ ਆਪਾਂ ਫੁੱਲ ਚੜਾਵਾਂਗੇ। ਤਬ ਹੀ ਖਾਲਸੇ ਇਮ ਠਹਿਰਾਏ। ਹੁਣ ਫਿਰ ਗੁਰੂ ਕੇ ਖਾਲਸੇ ਨੇ ਭਾਵ ਬੈਠਿਆਂ ਹੋਇਆਂ ਰਾਤ ਦਾ ਸਮਾਂ ਸੀ, ਜਦੋਂ ਨਾਲਦਿਆਂ ਨੇ ਤੱਕਣਾ ਵੀ ਵਿੱਚੋਂ ਕਈਆਂ ਸ਼ਹਾਦਤ ਦਾ ਜਾਮ ਪੀ ਜਾਣਾ, ਜਿਹੜੇ ਕੋਈ ਨਾਲ ਹੋਣੇ ਡੂੰਘੇ ਅੱਲੇ ਜ਼ਖਮ ਇਤਿਆਦਕ ਹੋਣੇ, ਕੋਈ ਛਕਣ ਵਾਸਤੇ ਖਾਣ ਵਾਸਤੇ ਕੋਈ ਨਾਲ ਪਦਾਰਥ ਵੀ ਨਾ ਹੋਣਾ, ਕਈ ਦਿਨ ਦੇ ਫਾਕੇ ਕੱਟਣੇ। ਫਿਰ ਵੀ ਗੁਰੂ ਕੇ ਖਾਲਸੇ ਨੇ ਇਹੋ ਅਰਦਾਸ ਕਰਨੀ, ਸਤਿਗੁਰੂ ਜੀ
4 ਪੈਰ ਦਿਵਸ ਤੇਰੇ ਭਾਣੇ ਅੰਦਰ ਬਤੀਤ ਹੋਇਆ ਹੈ, ਰਾਤ ਆਈ ਹੈ ਆਪਣੇ ਭਾਣੇ ਅੰਦਰ ਬਤੀਤ ਕਰਾਉਣੀ। ਜਿਵੇਂ ਪਾਵਨ ਬਾਣੀ ਦਾ ਬਚਨ ਹੈ, ਉਲਾਣੋ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਮਾਲਕਾ ਤੇਰੇ ਨਾਲ ਕੋਈ ਸਾਡਾ ਸ਼ਿਕਵਾ ਨਹੀਂ, ਕੋਈ ਸਾਡਾ ਲਾਂਭਾ ਨਹੀਂ ਤੈਨੂੰ। ਮਨ ਮੀਠ ਤੁਹਾਰੋ ਕੀਓ, ਬਸ ਜੋ ਵੀ ਹੈ ਭਾਵੇਂ ਤੇਰੇ ਸਮੇਂ ਨੂੰ ਅਸੀਂ ਮਿੱਠਾ ਕਰਕੇ ਪਏ ਜਾਣਦੇ ਹਾਂ। ਉਹ ਸਨ ਅਜਿਹੇ ਗੁਰੂ ਕੇ ਖਾਲਸੇ ਧੰਤਾ ਜੋਗ, ਜਿਨ੍ਹਾਂ ਨੂੰ ਬਾਰੰਬਾਰ ਵਾਰ ਭਾਵ ਨਮਸਕਾਰ ਹੈ। ਫਿਰ ਬੈਠਿਆ ਹੋਇਆ ਇੱਕ ਦਿਨ ਸਮੇਂ ਦੇ ਨਾਲ ਗੁਰੂ ਕੇ ਖਾਲਸੇ ਨੇ ਵਿਚਾਰ ਕੀਤੀ, ਕਹਿੰਦੇ ਨਹੀਂ, ਹੁਣ ਤੱਕ ਤਾਂ ਆਪਾਂ ਭਾਵ ਜਿਵੇਂ ਕਹਿੰਦੇ ਆ ਨਾ ਡਿਫੈਂਸਿਵ ਹੋ ਕੇ ਆਪਣੇ ਆਪ ਨੂੰ ਉਸ ਪ੍ਰਕਾਰ ਪਏ ਚੱਲ ਰਹੇ ਸਾਂ, ਆਪਣਾ ਆਪ ਬਚਾ ਕੇ ਚੱਲ ਰਹੇ ਸਾਂ। ਕਹਿੰਦੇ ਹੁਣ ਹਮਲਾਵਰ ਹੋ ਕੇ ਚੱਲਾਂਗੇ। ਕਹਿੰਦੇ ਹੁਣ ਕੀ ਕਰਾਂਗੇ? ਕਹਿੰਦੇ ਹੁਣ ਜੋ ਸਮਾਂ ਹੈ ਉਹ ਆਪਾਂ ਇਸ ਪ੍ਰਕਾਰ ਚੱਲਾਂਗੇ। ਹੋਏ ਫੌਜ ਕੋ ਗੈਲੋ ਜਪਾਏ। ਗੈਲੋ ਕਹਿੰਦੇ ਨੇ, ਕਹਿੰਦੇ ਹੁਣ ਜਿੱਧਰ ਫੌਜ ਲੱਗੋ, ਹੁਣ ਭਾਵ ਆਵੇ ਹਮਲਾਵਰ ਹੋ ਕੇ ਜਦੋਂ ਪਿਛਾ ਨੂੰ ਮੁੜਨ, ਉਹਨਾਂ ਦੇ ਪਿੱਛੇ ਹਮਲਾ ਕਰੋ। ਲਈਏ ਕੋੜੇ ਰਾਤ ਜਹ ਸੋਵੈ। ਜਿੱਥੇ ਉਹ ਰਾਤ ਨੂੰ ਆਰਾਮ ਪਏ ਕਰਦੇ ਨੇ, ਉਸ ਥਾਂ ਤੇ ਜਾ ਕੇ ਆਪਾਂ ਹਮਲਾ ਕਰਕੇ ਉਹਨਾਂ ਕੋਲੋਂ ਉਹਨਾਂ ਦੇ ਸਭ ਤੋਂ ਪਹਿਲਾਂ ਘੋੜੇ ਖੋਈਏ। ਜੋ ਪਿਆਂਦੇ ਸਵਾਰ ਸੋ ਹੋਵੈ। ਜਿਹੜੇ ਭਾਵ ਉਹਨਾਂ ਉੱਪਰ ਸਵਾਰ ਤਿਆਦਕ ਹੋਣ। ਯਹ ਸੁਨ ਸਿੰਘ ਕਈ ਭਏ ਤਿਆਰ। ਇਹੋ ਮਤੇ ਦੇ ਉੱਪਰ ਉਸੇ ਵਕਤ ਗੁਰੂ ਕਾ ਖਾਲਸਾ ਤਿਆਰ ਹੋਇਆ। ਸੂਤੇ ਤੁਰਕਨ ਲੇਵੋ ਮਾਰ। ਸੁੱਤਿਆਂ ਉੱਪਰ ਭਾਵ ਉਸ ਥਾਂ ਤੇ ਜਦੋਂ ਉਹ ਭਾਵ ਢਿੱਲੇ ਹੋਣਗੇ, ਆਰਾਮ ਦੀ ਮੁਦਰਾ ਵਿੱਚ ਹੋਣਗੇ, ਜਾ ਕੇ ਉਹਨਾਂ ਉੱਪਰ ਆਪਾਂ ਹਮਲਾ ਕਰਾਂਗੇ। ਸੂਰੇ ਸਿੰਘਨ ਯਹ ਠਹਿਰਾਏ। ਮਤੇ ਦੇ ਉੱਪਰ ਸਾਰਿਆਂ ਨੇ ਫੁੱਲ ਚੜਾਏ। ਸਿੰਘ ਤੁਰੇ ਉਨ ਗੈਲੇ ਧਾਏ। ਉਹਨਾਂ ਦੇ ਪਿੱਛੇ ਹਮਲਾਵਰ ਹੋ ਤੁਰੇ। ਐਸੀ ਤੋਰ ਸਿੰਘ ਉੱਠ ਚੱਲੇ। ਹੁਣ ਐਸੀ ਚਾਲ ਦੇ ਨਾਲ ਭਾਵ ਜਿਹੀ ਫੁਰਤੀ ਨਾਲ ਤੁਰੇ। ਤੁਰਕਨ ਫੌਜ ਕੇ ਸੰਗ ਰਲੇ। ਕਈਆਂ ਨੇ ਵਿੱਚੋਂ ਆਪਣਾ ਲਿਬਾਸ ਵੀ ਉਦਾਂ ਦਾ ਬਣਾ ਲਿਆ। ਜਾ ਕੇ ਸ਼ਾਮ ਦਾ ਵੇਲਾ, ਹੁਣ ਕੋਈ ਉਸ ਥਾਂ ਤੇ ਕੋਈ ਚਾਨਣ ਇਤਿਆਦਿਕ ਦਾ ਪ੍ਰਬੰਧ ਤਾਂ ਹੈ ਨਹੀਂ ਸੀ। ਵੱਡੀ ਫੌਜ ਦੇ ਅੰਦਰ, ਤੁਰਕਾਂ ਦੀ ਫੌਜ ਦੇ ਅੰਦਰ ਜਾ ਕੇ ਵਿੱਚ ਕਈ ਮਿਲ ਗਏ। ਦੋਹਰਾ ਸਿੰਘ ਸੋ ਡੇਰਾ ਵੇਖ ਕੇ ਬੜੇ ਫੌਜ ਮੈਂ ਜਾਏ। ਖਾਲਸੇ ਨੇ ਵਿੱਚੋਂ ਵੇਖ ਕੇ ਡੇਰਾ, ਜਿੱਥੇ ਸਮਾਂ ਭਾਵ ਤੁਰਕਾਂ ਦਾ, ਤੇ ਜਾ ਉਹਨਾਂ ਦੀ ਫੌਜ ਦੇ ਵਿੱਚ ਜਾ ਕੇ ਰਲ ਗਏ। ਤੁਰਕ ਸੋ ਥੱਕੇ ਸੋਏ ਗਏ, ਲਗਿਓ ਖਾਲਸੇ ਦਾਏ। ਹੁਣ ਜਦੋਂ ਉਹ ਆਰਾਮ ਵਿੱਚ ਸਨ, ਉਹ ਸਾਰੇ ਹੁਣ ਘੂਕ ਕੋਈ ਆਪਣਾ ਸ਼ਰਾਬ ਦੇ ਨਸ਼ੇ ਵਿੱਚ ਇਸ ਪ੍ਰਕਾਰ ਤੁਰਕ ਜਿਹੜੇ ਸਨ ਕੋਈ ਥਕਾਵਟ ਵਿੱਚ ਇਸ ਪ੍ਰਕਾਰ ਸੌਂ ਗਏ। ਭਾਈ ਸਾਹਿਬ ਲਿਖਦੇ ਹਨ, ਕਹਿੰਦੇ ਹੁਣ ਉਹਨਾਂ ਨੂੰ ਦਾਉ ਲੱਗ ਗਿਆ ਗੁਰੂ ਕੇ ਸਿੱਖਾਂ ਨੂੰ, ਭਾਵ ਜਿਹੜੇ ਕੰਮ ਵਾਸਤੇ ਉਸ ਥਾਂ ਗਏ ਹਨ। ਚੌਪਏ ਤਵ ਸਿੰਘਨ ਕੋੜੇ ਲੈ ਖੋਲ। ਉਹਨਾਂ ਨੇ ਉਸ ਥਾਂ ਤੋਂ ਜਿੰਨੇ ਉਹਨਾਂ ਦੇ ਘੋੜੇ ਇਤਿਆਦਿਕ ਸਨ ਉਹ ਖੋਲ ਲਏ। ਉੱਪਰ ਚੜੇ ਸੋ ਸਤਿਗੁਰ ਬੋਲ। ਬੋਲ ਕੇ ਧਿਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਘੋੜੇ ਉੱਪਰ ਛਾਲ ਮਾਰ ਕੇ ਭਾਵ ਚੜ ਕੇ ਵਾਹਿਗੁਰੂ ਦਾ ਉੱਚੀ ਸਾਰੀ ਲੈ ਕੇ ਨਾਮ, ਦੂਸਰੇ ਨੂੰ ਕੋਲੋਂ ਆਵਾਜ਼ ਮਾਰ ਕੇ ਭਾਵ ਛੇਤੀ ਘੋੜੇ ਉੱਪਰ ਸਵਾਰ ਹੋਏ। ਦੂਜੇ ਗਾਲੇ ਲੈ ਲਗਾਏ। ਇਕੱਲੇ ਇੱਕ ਇੱਕ ਹੀ ਨਹੀਂ, ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਦੂਸਰੇ ਘੋੜੇ ਦੀ ਭਾਵ ਵਾਕ ਪਕੜ ਕੇ ਨਾਲ ਦੂਸਰੇ ਘੋੜੇ ਨੂੰ ਵੀ ਨਾਲ ਤੋਰ ਲਿਆ। ਇੱਕ ਦੇ ਉੱਪਰ ਤਾਂ ਸਵਾਰੀ ਕੀਤੀ, ਦੂਸਰੇ ਨੂੰ ਵੀ ਨਾਲ ਖੋਲ ਲਿਆ। ਗੈਲ ਪੜੇ ਤਿਸ ਆਵੈ ਘਾਏ। ਜਿਹੜਾ ਕੋਈ ਪਿੱਛੇ ਤੁਰਕ ਆਇਆ ਉਹਨੂੰ ਭਾਵ ਉੱਥੇ ਖਤਮ ਕਰ ਦਿੱਤਾ। ਦੋਹਰਾ ਜਿਤਨੇ ਕੋੜੇ ਥੇ ਮਰੇ, ਉਤਨੇ ਸਿੰਘ ਨਲੀਨਾ। ਕਹਿੰਦੇ ਪਿਛਲੇ ਸਮੇਂ ਦੇ ਦੌਰਾਨ ਜਿੰਨੇ ਇਹਨਾਂ ਦਾ ਨੁਕਸਾਨ, ਘੋੜਿਆਂ ਦਾ ਨੁਕਸਾਨ ਹੋਇਆ, ਪਹਿਲਾਂ ਤਾਂ ਇਹਨਾਂ ਨੇ ਉਹਦੀ ਪੂਰਤੀ ਕੀਤੀ, ਕਿਉਂਕਿ ਆਉਣ ਜਾਣ ਵਾਸਤੇ, ਜਾਨ ਬਚਾਉਣ ਵਾਸਤੇ, ਤੁਰਨ ਫਿਰਨ ਵਾਸਤੇ ਵੱਡੀ ਜਿਹੜੀ ਲੋੜ ਸੀ ਉਹ ਘੋੜਿਆਂ ਦੀ ਲੋੜ ਸੀ। ਜਿੰਨਾ ਪਿੱਛੇ ਨੁਕਸਾਨ ਕਈ ਦਿਨਾਂ ਦਾ ਹੋਇਆ, ਅੱਜ ਇਹਨਾਂ ਨੇ ਪਹਿਲਾਂ ਤਾਂ ਉਹਦੀ ਪੂਰਤੀ ਕੀਤੀ। ਨਿਤ ਪ੍ਰਤ ਐਸੇ ਵਿਦ ਕਰੈ,
ਫੌਜ ਤੁਰਕ ਭਈ ਖੀਨ। ਹੁਣ ਇਹਨਾਂ ਦਾ ਜਿਹੜਾ ਸਾਰਾ ਧਿਆਨ ਸੀ ਸਮੇਂ ਦੇ ਨਾਲ, ਭਾਵ ਉਹਨਾਂ ਦਾ ਹਥਿਆਰ ਹੋਣਾ, ਉਹਨਾਂ ਦੇ ਘੋੜੇ ਇਤਿਆਦ ਖੋਣੇ, ਉਹਨਾਂ ਨੂੰ ਤੁਰਕਾਂ ਦੀ ਫੌਜ ਨੂੰ ਕਮਜ਼ੋਰ ਕਰਨਾ। ਦੇਖੋ ਪਾਏ ਗੁਰ ਕਲਾ ਆਏ ਮਾਰਨ ਓਏ। ਸਤਿਗੁਰੂ ਜੀ ਦੀ ਕਲਾ ਵੇਖੋ, ਤੁਰਕ ਗੁਰੂ ਕੇ ਖਾਲਸੇ ਨੂੰ ਮਾਰਨ ਆਏ ਸਨ। ਤੇ ਉਹ ਮਾਰੇ ਖਾਲਸੇ ਤੁਰਕ ਕਨੇ ਥੇ ਸੋਏ। ਗੁਰੂ ਕੇ ਖਾਲਸੇ ਨੇ ਉਹਨਾਂ ਨੂੰ ਹੀ ਉੱਥੇ ਰੱਖ ਲਿਆ, ਭਾਵ ਉਹਨਾਂ ਨੂੰ ਹੀ ਉੱਥੇ ਮਾਰ ਲਿਆ। ਚੌਪਈ ਤੁਰਕ ਫੌਜ ਫਿਰ ਬਹੁਤੀ ਆਵੇ। ਫਿਰ ਕਹਿੰਦੇ ਹੌਲੀ ਹੌਲੀ ਤੁਰਕਾਂ ਦੀ ਬਹੁਤ ਫੌਜ ਆਉਣ ਲੱਗੀ। ਥੋੜੇ ਸਿੰਘ ਸੁਤਹਿ ਲੁਕ ਜਾਵੇ। ਜਦੋਂ ਸਮਾਂ ਪਤਾ ਲੱਗਣਾ ਪਈ ਹੁਣ ਸਾਹਮਣੇ ਇਹ ਬਹੁਤਾਤ ਦੀ ਗਿਣਤੀ ਵਿੱਚ ਹਨ, ਇਹਨਾਂ ਫਿਰ ਇੱਕ ਪਾਸੇ ਹੋ ਜਾਣਾ। ਤਹਾਂ ਲੁਕੈ ਜੈ ਹੋਏ ਬੜ ਝੱਲ। ਜਿਹੜੀ ਥਾਂ ਤੇ ਵੱਡੀ ਕੋਈ ਝੱਲ ਇਤਿਆਦਿਕ ਆਉਣੀ, ਉਸ ਥਾਂ ਤੇ ਹੋ ਜਾਣਾ। ਲੇਵੈ ਗੜ ਕਾਨਨ ਕੋ ਮੱਲ। ਤੇ ਜਾ ਕੇ ਜੰਗਲਾਂ ਬੇਲਿਆਂ ਵਿੱਚ ਛੁਪ ਜਾਣਾ। ਰਾਤ ਸਿੰਘ ਹੋਏ ਬਹੁ ਹੁਸ਼ਿਆਰ। ਹੁਣ ਜਿਹੜਾ ਸਮਾਂ ਸੀ ਇਹਨਾਂ ਦਾ, ਇਹਨਾਂ ਨੇ ਰਾਤ ਦੇ ਸਮੇਂ ਭਾਵ ਜੰਗਲਾਂ ਬੇਲਿਆਂ ਵਿੱਚੋਂ ਬਾਹਰ ਨਿਕਲਣਾ। ਲੇਵੈ ਤੁਰਕਨ ਕੇ ਫਿਰ ਮਾਰ। ਤੁਰਕਾਂ ਨੂੰ ਫਿਰ ਰਾਤ ਦੇ ਵੇਲੇ ਜਦੋਂ ਉਹਨਾਂ ਨੇ ਆਰਾਮ ਵਿੱਚ ਹੋਣਾ, ਇਹਨਾਂ ਹਮਲਾ ਕਰਕੇ ਉਸ ਵਕਤ ਮਾਰਨਾ। ਦਿਨ ਮੈਂ ਤੁਰਕ ਬਹੁਤ ਮਿਲ ਧਾਵੈ। ਦਿਨ ਦੇ ਸਮੇਂ ਤੁਰਕਾਂ ਦੀ ਬਹੁਤਾਤ ਵਿੱਚ ਗਿਣਤੀ ਹੋਣੀ। ਲੋਕੇ ਸਿੰਘ ਤਿਨ ਹਾਥ ਨ ਆਵੇ। ਗੁਰੂ ਕੇ ਖਾਲਸੇ ਭਾਵ ਜੰਗਲ ਬੇਲਿਆਂ ਦੇ ਅੰਦਰ ਉਧਰ ਇਹ ਮੂੰਹ ਨਹੀਂ ਸਨ ਕਰਦੇ ਤੁਰਕ। ਤੇ ਰਾਤ ਦੇ ਸਮੇਂ ਜਦੋਂ ਇਹਨਾਂ ਆਰਾਮ ਵਿੱਚ ਹੋਣਾ, ਤੇ ਉਸ ਵਕਤ ਹਮਲਾਵਰ ਹੋ ਕੇ ਗੁਰੂ ਕੇ ਖਾਲਸੇ ਨੇ ਇਹਨਾਂ ਨੂੰ ਰੱਖ ਲੈਣਾ। ਤੁਰਕ ਸੋ ਡਰਤੇ ਬੜੈ ਨਾ ਝੱਲ। ਡਰਦੇ ਹੋਏ ਉਹਨਾਂ ਝੱਲਾਂ ਵਿੱਚ ਇਹ ਤੁਰਕ ਨਹੀਂ ਸਨ ਜਾਂਦੇ। ਝੱਲ ਬੜੈ ਸਿੰਘ ਮਾਰਨ ਰਲ। ਰਲ ਕੇ ਗੁਰੂ ਕਾ ਖਾਲਸਾ ਇਹਨਾਂ ਤੁਰਕਾਂ ਦੀ ਫੌਜ ਨੂੰ ਉੱਥੇ ਮਾਰ ਲੈਂਦਾ ਸੀ। ਚੱਲੋ ਸਿੰਘ ਤੋਂ ਬਾਹਰ ਜਾਵੇ। ਜਦੋਂ ਗੁਰੂ ਕਾ ਖਾਲਸਾ ਝੱਲ ਤੋਂ ਬਾਹਰ ਨਿਕਲਣਾ, ਤੁਰਕਨ ਫੌਜ ਦੂਰ ਸੁਨ ਪਾਵੇ। ਜਦੋਂ ਤੁਰਕਾਂ ਦੀ ਫੌਜ ਸੁਣ ਲੈਣਾ ਵੀ ਤੁਰਕਾਂ ਦੀ ਫੌਜ ਦੂਰ ਹੈ, ਮਾਰਨ ਰਸਤੇ ਦਿੱਲੀ ਲਾਹੌਰ। ਕਹਿੰਦੇ ਫਿਰ ਇਹਨਾਂ ਨੇ ਹੁਣ ਜਿਹੜਾ ਕੋਈ ਭਾਵ ਵੱਡਾ ਕੋਈ ਵਪਾਰੀ ਧਨਾੜ ਇਤਿਆਦਿਕ ਆਉਣਾ, ਫਿਰ ਇਹਨਾਂ ਨੇ ਹੁਣ ਗੁਰੂ ਕੇ ਖਾਲਸੇ ਨੇ ਵੱਡੇ ਜਿਹੜੇ ਸ਼ਾਹੀ ਰਸਤੇ ਸਨ ਉਹਨਾਂ ਉੱਪਰ ਆ ਜਾਣਾ। ਕੋਈ ਮਾਰੇ ਰਹਾ ਪਿਸ਼ੌਰ। ਕੋਈ ਨੇ ਦਿੱਲੀ ਜਾਂ ਲਾਹੌਰ ਵਾਲਾ ਰਾਹ ਮੰਨ ਲੈਣਾ, ਕਿਸੇ ਨੇ ਲਾਹੌਰ ਪਿਸ਼ੌਰ ਵਾਲੇ ਰਸਤੇ ਉੱਪਰ ਆਣ ਕੇ ਉਸ ਥਾਂ ਬੈਠ ਜਾਣਾ। ਅੱਗੇ ਪਿੱਛੇ ਹੋਏ ਲੂਟੈ ਲਾਹੌਰ। ਜਦੋਂ ਤੁਰਕ ਫੌਜ ਨੇ ਲਾਹੌਰ ਖਾਲੀ ਕਰਨਾ, ਇਹਨਾਂ ਲਾਹੌਰ ਵੱਲ ਚਲੇ ਜਾਣਾ। ਹਿਮ ਕਰ ਸਿੰਘ ਮਚਾਵੇ ਰੌਰ। ਔਰ ਸਾਰੇ ਪਾਸੇ ਤੁਰਕਾਂ ਦੀ ਫੌਜ ਦੇ ਪੈਰਾਂ ਦੇ ਹੇਠਾਂ ਇਹਨਾਂ ਨੇ ਭਾਵ ਕੰਡੇ ਵਿਛਾਈ ਰੱਖਣੇ, ਕਦੇ ਇਸ ਪਾਸੇ ਕਦੇ ਉਸ ਪਾਸੇ, ਭਾਵ ਉਹਨਾਂ ਨੂੰ ਕਿਸੇ ਵੀ ਥਾਂ ਤੇ ਚੈਨ ਨਾਲ ਨਾ ਬੈਠਣ ਦੇਣਾ। ਦੋਹਰਾ ਸਿੰਘ ਸੁਮਾਜਿਓ ਕੱਢ ਦਏ ਬੜੇ ਸੁਰਾਵੀ ਝੱਲ। ਹੁਣ ਗੁਰੂ ਕਾ ਖਾਲਸਾ ਪਹਿਲਾਂ ਮਾਝੇ ਦੇ ਅੰਦਰ ਇਹਨਾਂ ਦਾ ਬਹੁਤਾਤ ਵਿੱਚ ਨਿਵਾਸ ਸੀ, ਲਾਹੌਰ ਅੰਮ੍ਰਿਤਸਰ ਸਾਹਿਬ ਵਾਲਾ ਇਲਾਕਾ। ਪਰ ਜਦੋਂ ਹੁਣ ਇਹਨਾਂ ਉੱਪਰ ਉਸ ਥਾਂ ਤੇ ਸਖਤੀ ਦਾ ਦੌਰ ਆਇਆ, ਸ਼ਾਹ ਨਵਾਜ਼ ਦੇ ਵੇਲੇ, ਜ਼ਕਰੀਆ ਖਾਨ ਦੇ ਸਮੇਂ ਵੀ ਜਾਂ ਉਸ ਤੋਂ ਬਾਅਦ, ਇਹ ਹੁਣ ਜੰਮੂ ਭਾਵ ਰਾਵੀ ਦਰਿਆ ਵਾਲੇ ਪਾਸੇ, ਉਸ ਪਾਸੇ ਨੂੰ ਪਹਾੜਾਂ ਦੇ ਭਾਵ ਉਸ ਪਾਸੇ ਨੂੰ ਇਹਨਾਂ ਨੇ ਆਪਣਾ ਨਿਵਾਸ ਟਿਕਾਣਾ ਕੀਤਾ। ਮਾਰ ਲੋਟ ਖਾਵਤ ਫਿਰੈ ਰਾਖੈ ਮਿਲ ਕਰ ਗੱਲ। ਜਿੱਥੋਂ ਵੀ ਕੋਈ ਪਤਾ ਲੱਗਦਾ ਹੈ ਕੋਈ ਧਨ ਪੈਸਾ ਇਤਿਆਦਿਕ ਜਾਂ ਕੋਈ ਰਸਦਾਂ ਇਤਿਆਦਿਕ ਦਾ, ਸਭ ਤੋਂ ਵੱਡੀ ਲੋੜ ਨਾਲ ਉਸ ਵਕਤ ਰਸਦਾਂ ਦੀ ਵੀ ਸੀ। ਕਹਿੰਦੇ ਅਜਿਹਾ ਭਿਅੰਕਰ ਸਮਾਂ, ਦੁੱਖਾਂ ਵਾਲਾ ਸਮਾਂ ਵੀ ਆਉਣਾ, ਪਰ ਨਾਲ ਇਹਨਾਂ ਨੇ ਫਿਰ ਵੀ ਭਰਾਤਰੀ ਭਾਵ ਇਕੱਠੇ ਹੋ ਕੇ ਇਹਨਾਂ ਨੇ ਰਹਿਣਾ। ਰੱਖੈ ਮਿਲ ਕਰ ਗੱਲ, ਜੇ ਇੱਕ ਨੇ ਕਹਿ ਦਿੱਤੀ ਦੂਸਰੇ ਨੇ ਉਸੇ ਤਰ੍ਹਾਂ ਉਹਦੇ ਹੁਕਮ ਦੇ ਅੰਦਰ, ਜਿਵੇਂ ਜਥੇਦਾਰ ਨੇ ਕਹਿ ਦੇਣਾ ਉਸੇ ਹੁਕਮ ਦੇ ਅੰਦਰ 7 ਬਚਨ ਕਹਿ ਕੇ ਚਾਲਾ ਮਾਰਨਾ। ਚੌਪਈ
ਇਸੇ ਪਾਤ ਸਿੰਘ ਗੁਜਰ ਸਮਾਂ ਗੁਜ਼ਾਰੇ ਬਾਤ ਵਿੱਚ ਤੁਰਕ ਫੌਜ। ਹੁਣ ਤੁਰਕਾਂ ਦੀ ਫੌਜ ਦਾ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ 20,000 ਜਾਂ 30,000 ਪਿੱਛੇ ਤਾਂ ਸਾਰਾ ਦਿੱਲੀ ਤੱਕ ਉਹ ਤੁਰਕਾਂ ਦੀ ਫੌਜ ਸੀ। ਜੇ 20,000 ਮਾਰੇ ਗਏ, 20,000 ਹੋਰ ਆ ਗਏ, 20,000 ਫਿਰ ਖਤਮ ਹੋਏ, 30,000 ਆ ਗਏ। ਉਹਨਾਂ ਦੀ ਬਹੁਤਾਤ ਵਿੱਚ ਤੁਰਕਾਂ ਦੀ ਗਿਣਤੀ ਸੀ। ਮਾਰ ਕਾਫਲੇ ਲੈਵੈ ਭਾਰੇ, ਉਹਨਾਂ ਨੇ ਭਾ ਵੱਡੇ ਕਾਫਲੇ ਨੇ ਬੜਾ ਨੁਕਸਾਨ ਕਰਨਾ। ਲਾਹੌਰ ਗਿਰਦ ਤਿਨ ਦਇਓ ਉਜਾਰੇ, ਖਾਲਸੇ ਨੇ ਵੀ ਲਾਹੌਰ ਦੇ ਆਲੇ ਦੁਆਲੇ ਭਾਵ ਬਹੁਤਾਤ ਵਿੱਚ ਉਹਨਾਂ ਦਾ ਨੁਕਸਾਨ ਕੀਤਾ। ਦੇਖ ਤੁਰਕਨ ਕੋ ਲਾਗੇ ਆਗ, ਉਹ ਕਹਿੰਦੇ ਵੀ ਰਾਜ ਭਾਗ ਸਾਡਾ ਹੈ ਤੇ ਸਾਡੇ ਰਾਜ ਭਾਗ ਦੇ ਹੁੰਦਿਆਂ ਵੀ ਸਾਨੂੰ ਇੱਕ ਥਾਂ ਤੇ ਚੈਨ ਨਹੀਂ ਲੈਣ ਦਿੰਦੇ। ਮਾਰੇ ਸਿੰਘ ਨਗੈਲੇ ਲਾਗ, ਉਹ ਆਪਣੇ ਉੱਪਰ ਹਮਲਾ ਕਰਦੇ, ਇਹਨਾਂ ਦੇ ਪਿੱਛੇ ਪੈ ਕੇ ਆਪਾਂ ਇਹਨਾਂ ਨੂੰ ਖਤਮ ਕਰਾਂਗੇ। ਮੋੜੋ ਕੋ ਸਿੰਘ ਸੋ ਲਰੈ, ਫਿਰ ਵੀ ਭਾਵ ਜਿੱਥੇ ਵੀ ਜਿਵੇਂ ਪਿੱਛੇ ਆਪਾਂ ਸਰਵਣ ਕੀਤਾ, ਜੇ ਦੋ ਨੇ ਤੇ ਦੋਵਾਂ ਨੇ ਵੀ ਉਸ ਵਕਤ ਬਾਦਸ਼ਾਹੀ ਦਾ ਦਾਵਾ ਕਰ ਦਿੱਤਾ। ਜਿੱਥੇ ਜਿੱਥੇ ਵੀ ਸਨ ਭਾਵ ਉਹਨਾਂ ਨੇ ਇਹਨਾਂ ਤੁਰਕਾਂ ਦੀ ਫੌਜ ਨੂੰ ਚੈਨ ਸਾਹ ਨਾ ਲੈਣ ਦਿੱਤਾ। ਬਹੁਤਨ ਸੋ ਕਿਆ ਥੋੜੇ ਕਰੈ, ਨਾਲ ਭਾਈ ਸਾਹਿਬ ਇਹ ਵੀ ਲਿਖਦੇ ਨੇ ਉਧਰ ਗਿਣਤੀ ਬਹੁਤਾਤ ਵਿੱਚ ਸੀ, ਇਧਰ ਇਹਨਾਂ ਗੁਰੂ ਕੇ ਖਾਲਸੇ ਦੀ ਸਵਾਇਆ ਗਿਣਤੀ ਸੀ। ਨਾਹੇ ਜਖੀਰੋ ਸਿੰਘਨ ਪਾਸ, ਨਾ ਹੀ ਕੋਈ ਪੈਸਾ ਟਕਾ ਉਹਨਾਂ ਦੇ ਕੋਲ ਵੀ ਜਿੱਥੋਂ ਵਧੀਆ ਨਸਲ ਦੇ ਘੋੜੇ ਇਹ ਖਰੀਦ ਕੇ ਲੈ ਕੇ ਆਉਂਦੇ, ਜਿੱਥੋਂ ਕੋਈ ਵਧੀਆ ਹਥਿਆਰ ਲੈ ਕਰਕੇ ਆਉਂਦੇ। ਸ਼ਸਤਰ ਬਸਤਰ ਹੀਨ ਸੋ ਖਾਸ, ਇਹਨਾਂ ਦੇ ਬਸਤਰ ਸ਼ਸਤਰ ਵੀ ਭਾਵ ਜੰਗਲਾਂ ਬੇਲਿਆਂ ਦੇ ਵਿੱਚ ਰਹਿ ਰਹਿ ਕੇ ਮਸਤਾਨੇ ਹੋ ਚੁੱਕੇ ਚੋੜੇ ਸਨ। ਕੱਪੜੇ ਇਤਿਆਦਿਕ ਵੀ ਇਹਨਾਂ ਕੋਲ ਤਾਂ ਉਹ ਇੱਕੋ ਹੀ ਖੇਸ ਹੁੰਦਾ, ਉਹ ਘੋੜੇ ਦੀ ਕਾਠੀ ਤੇ ਹੁੰਦਾ। ਰਾਤ ਨੂੰ ਆਰਾਮ ਕਰਨ ਵੇਲੇ ਵੀ ਉਹ ਆਪਣੇ ਉੱਪਰ ਸਿਆਲਾਂ ਵਿੱਚ ਵੀ ਉਹ ਲੈ ਕੇ ਸੌਂਦੇ। ਜਿਵੇਂ ਬਾਬੇ ਬੁੱਲੇ ਸ਼ਾਹ ਨੇ ਜ਼ਿਕਰ ਕੀਤਾ ਭੂਰਿਆਂ ਵਾਲੇ ਰਾਜੇ ਕੀਤੇ, ਭਾਵ ਉਹਨਾਂ ਕੋਲ ਜਿਹੜੇ ਭੂਰੇ ਸਨ, ਭਾਵ ਖੇਸ ਜਿਹੜੇ ਉਹਨਾਂ ਦੇ ਕੋਲ ਸਨ, ਉਹ ਉਹਨਾਂ ਨੇ ਘੋੜੇ ਦੀ ਕਾਠੀ ਉੱਪਰ ਹੋਣਾ, ਉਹ ਇਹਨਾਂ ਦੇ ਉੱਪਰ ਰਾਤ ਨੂੰ ਸੌਣ ਲੱਗਿਆ ਹੋਣਾ। ਨਾਂਗੇ ਖਰੇ ਔ ਭੁੱਖੇ ਪਿਆਸੇ, ਔਰ ਤਨ ਦੇ ਉੱਪਰ ਕੱਪੜੇ ਇਤਿਆਦਿਕ ਵੀ ਨਾ, ਔਰ ਪੇਟੋਂ ਵੀ ਭੁੱਖੇ ਹੋਣਾ। ਦਾਰੂ ਸਿੱਕਾ ਨਹਿ ਕਛ ਪਾਸੇ, ਔਰ ਨਾ ਕੋਈ ਇਹਨਾਂ ਕੋਲ ਕੋਈ ਹਥਿਆਰ ਚੰਗਾ ਹੋਣਾ। ਹਾਟ ਪਟਨ ਬਾਜ਼ਾਰ ਸੋ ਨਾਹੀ, ਔਰ ਨਾ ਹੀ ਕੋਈ ਇਹਨਾਂ ਦਾ ਆਪਣਾ ਕੋਈ ਬਾਜ਼ਾਰ ਇਤਿਆਦਿਕ ਸੀ ਵੀ ਜਿੱਥੋਂ ਇਹ ਸਾਰਾ ਕੁਝ ਲੈ ਆਉਂਦੇ। ਰੋਗੇ ਔਖਦ ਬਿਨ ਮਰ ਜਾਹੀ, ਔਰ ਵੱਡੀ ਗੱਲ ਨਾ ਕੋਈ ਇਹਨਾਂ ਕੋਲ ਵੈਦ ਇਤਿਆਦਿਕ ਹੋਣਾ ਵੀ ਚੱਲ ਜਿੱਥੇ ਕੋਈ ਨਾਲ ਸਿੰਘ ਜ਼ਖਮੀ ਹੋਏ ਨੇ ਵੀ ਜਿੱਥੋਂ ਕੋਈ ਜ਼ਰਾ ਪਾਸੋਂ ਕੋਈ ਆਪਣਾ ਵੈਦ ਕੋਲੋਂ ਕੋਈ ਦਵਾ ਇਤਿਆਦਿਕ ਲੈ ਲੈਂਦਾ। ਗੁਰ ਬਚਨਨ ਕੇ ਉਨ ਕੋ ਆਸ, ਵੱਡਾ ਉਹਨਾਂ ਕੋਲ ਖਜ਼ਾਨਾ ਸੀ ਉਹ ਸੀ ਗੁਰੂ ਦੇ ਬਚਨ ਦਾ, ਗੁਰੂ ਦੇ ਹੁਕਮ ਦਾ, ਗੁਰੂ ਦੇ ਉੱਪਰ ਸ਼ਰਧਾ ਅਕੀਦਤ ਵਿਸ਼ਵਾਸ ਦਾ ਉਹਨਾਂ ਕੋਲ ਸਭ ਤੋਂ ਵੱਡਾ ਖਜ਼ਾਨਾ ਸੀ। ਯਹੀ ਖਜ਼ਾਨੋ ਉਨ ਕੇ ਪਾਸ, ਇਹ ਖਜ਼ਾਨਾ ਇਹੋ ਧਨ ਸੰਪਦਾ ਬਸ ਇਹਨਾਂ ਦੇ ਕੋਲ ਸੀ ਵੀ ਸਤਿਗੁਰੂ ਬੌੜੀ ਕਰਨਗੇ। ਸਤਿਗੁਰੂ ਜੀਆਂ ਦੇ ਉੱਪਰ ਇਹਨਾਂ ਦਾ ਇਸ ਪ੍ਰਕਾਰ ਦਾ ਵਿਸ਼ਵਾਸ। ਦੋਹਰਾ ਤੋਪੇ ਸਿੰਘ ਹੋਵੈ ਕਨੇ, ਨਿਸ ਦਿਨ ਔਰ ਸੋ ਔਰ, ਕਹਿੰਦੇ ਹੌਲੀ ਹੌਲੀ ਭਾਵ ਥੋੜੇ ਦਿਨ ਬਦਲੇ ਹਨ। ਦੁਖ ਦਰਦ ਕਛੁ ਨਾ ਗਿਨੈ, ਮਰਨੋ ਲਰਨੋ ਦੌਰ। ਕਹਿੰਦੇ ਜਿੱਥੇ ਵੀ ਫਿਰ ਚਾਰ ਸਰੀਰ ਗੁਰੂ ਕੇ ਖਾਲਸੇ ਨਾਲ ਜਿੱਥੇ ਵੀ ਫਿਰ ਇਕੱਠੇ ਹੋਣਾ, ਫਿਰ ਵੀ ਇਹਨਾਂ ਨੇ ਉਸ ਸਮੇਂ ਨੂੰ ਭਾਵ ਨਾ ਵਿਚਾਰਨਾ, ਚਲੋ ਕੋਈ ਬਾਤ ਨਹੀਂ, ਫਿਰ ਇਹਨਾਂ ਨੇ ਹਮਲਾਵਰ ਹੋ ਕੇ ਹਮਲਾ ਕਰ ਦੇਣਾ। ਚੌਪਏ ਤਬੈ ਖਾਲਸੇ ਐਸ਼ ਵਿਚਾਰਾ, ਫਿਰ ਗੁਰੂ ਕੇ ਖਾਲਸੇ ਨੇ ਇੱਕ ਦਿਨ ਫਿਰ ਬੈਠਿਆਂ ਨੇ ਮਤਾ ਪਕਾਇਆ। ਮਾਰੇ ਤੁਰਕਨ ਕੇ ਫੁਜਦਾਰਾ, ਛੋਟਿਆਂ ਸਿਪਾਹੀਆਂ ਨੂੰ ਨਹੀਂ ਮਾਰਨਾ,
ਹੁਣ ਜਿਹੜੀ ਆ ਫੌਜ ਨੇ ਕੋਈ ਸਿਪਾਹੀ ਸਿਪਾਹ ਸਲਾਰ ਇਹਨਾਂ ਨੂੰ ਨਹੀਂ ਕਹਿੰਦੇ, ਫੇਰ ਕਹਿੰਦੇ ਜਿਹੜੇ ਇਹਨਾਂ ਦੇ ਵੱਡੇ ਫੌਜਦਾਰ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਹੈ। ਮਾਰ ਫੌਜ ਕੋ ਸੁਧ ਕਹਿੰਦੇ ਹੋਵੈ, ਜੇ ਫੌਜਦਾਰਾਂ ਨੂੰ ਮਾਰ ਦਿੱਤਾ, ਲੋਟ ਫੌਜ ਕੋ ਦਾਰਦ ਖੋਵੋ। ਔਰ ਕਹਿੰਦੇ ਜਿਹੜੇ ਕੋਈ ਇਹ ਚੱਲ ਰਹੇ ਨੇ ਨਾ ਆਪਣੇ ਤੰਗੀ ਤੁਰਸ਼ੀ ਦੇ ਦਿਨ, ਇਹਨਾਂ ਫੌਜਦਾਰਾਂ ਨੂੰ ਮਾਰ ਕੇ ਖਤਮ ਕਰੀਏ। ਹਾਥੀ ਘੋੜੇ ਓਠ ਲਿਆਵੋ, ਔਰ ਉਹਨਾਂ ਕੋਲੋਂ ਹਾਥੀ ਘੋੜੇ ਇਤਿਆਦਿਕ ਲੁੱਟ ਲਿਆਵੋ। ਰਾਜ ਸਾਜ ਬਿਨ ਰਾਜ ਨ ਜੇ ਪਾਵੋ। ਕਹਿੰਦੇ ਰਾਜ ਸਾਜ ਕਰਨਾ ਹੈ, ਫਿਰ ਰਾਜ ਸਾਜ ਵਾਲੇ ਢੰਗ ਤਰੀਕੇ ਤਾਂ ਹੁਣ ਆਪਾਂ ਨੂੰ ਕਰਨੇ ਪੈਣਗੇ। ਭੂਮ ਮਲੋ ਲੈ ਕਿਲਾ ਚਨਾਏ, ਕੋਈ ਇੱਕ ਥਾਂ ਲੱਭੋ ਵੀ ਜਿਸ ਥਾਂ ਤੇ ਆਪਾਂ ਕਿਲਾ ਬਣਾਈਏ। ਬਿਨਾ ਕਿਲਨ ਨਾ ਪੂਜੈ ਲੜਾਈ, ਬਿਨਾਂ ਕਿਲੇ ਤੋਂ ਲੜਾਈ ਨਹੀਂ ਹੋ ਸਕਣੀ। ਐਸ ਵਿਚਾਰਤ ਆਗੇ ਗਏ। ਅਜਿਹਾ ਵਿਚਾਰਦੇ ਹੋਏ ਗੁਰੂ ਕਾ ਖਾਲਸਾ ਥੋੜਾ ਅਗਾਂਹ ਨੂੰ ਹੋਇਆ। ਏ ਮਨਾ ਬਾਦ ਟਿਗ ਪਹੁੰਚਤ ਭਏ। ਅਜਿਹੀ ਵਿਚਾਰ ਕਰਦਿਆਂ ਕਰਦਿਆਂ ਕਿਉਂਕਿ ਮਾਝੇ ਤੋਂ ਗਏ, ਫਿਰ ਐਮਣਾਬਾਦ ਵਾਲੇ ਪਾਸੇ ਨੂੰ ਹੋ ਤੁਰੇ ਹਨ। ਆਵੇ ਮਗਰ ਤੁਰਕ ਲੈ ਖੋਜ, ਔਰ ਫਿਰ ਪਿੱਛੇ ਨਾਲ ਸੂਈਏ ਇਤਿਆਦਿਕ ਵੀ ਤੁਰੇ ਆਉਣੇ, ਪੈੜਾ ਮੱਲਦੇ ਵੀ ਇੱਧਰ ਨੂੰ ਗਏ। ਰਸਤੇ ਵਾਲਿਆਂ ਦੱਸ ਦੇਣਾ ਵੀ ਇੱਧਰ ਨੂੰ ਗੁਰੂ ਕਾ ਖਾਲਸਾ ਗਿਆ ਹੈ। ਭੂਖੇ ਫਿਰੈ ਸਿੰਘਨ ਕੇ ਫੌਜ, ਔਰ ਉਹਨਾਂ ਨਾਲ ਦੱਸ ਦੇਣਾ ਵੀ ਇਸ ਫਲਾਣੇ ਪਾਸੇ ਨੂੰ ਫਲਾਣੇ ਪਾਸੇ ਨੂੰ ਗੁਰੂ ਕਾ ਖਾਲਸਾ ਗਿਆ ਹੈ। ਦੋਹਰਾ ਏ ਮਨਾ ਬਾਦ ਜੰਗੇਰ ਥੇ, ਖੁਦ ਜਸ ਪਤ ਦੇਵਾਨ। ਹੁਣ ਕਹਿੰਦੇ ਉਧਰੋਂ ਬਣਿਆ ਕਿ ਇਹ ਆਪਣੀ ਗੁਰੂ ਕਾ ਖਾਲਸਾ ਜਾਨ ਬਚਾਉਂਦਾ ਏਮਨਾਬਾਦ ਨੂੰ ਗਏ, ਮਾਝੋਂ ਗਏ, ਰਾਵੀ ਦਰਿਆ ਵਾਲੇ ਪਾਸੇ ਥੋੜਾ ਜਿਹੜੇ ਪਾਸੇ ਗੁਰਦੁਆਰਾ ਸਾਹਿਬ ਰੋੜੀ ਸਾਹਿਬ ਹੈ ਪਾਕਿਸਤਾਨ ਦੇ ਅੰਦਰ, ਇਹ ਇਧਰ ਨੂੰ ਗਏ। ਅਗਾ ਜਦੋਂ ਗਏ ਉਹ ਜਿਹੜੀ ਜਗੀਰ ਸੀ ਉਹ ਹੈ ਹੀ ਜਸਪਤ ਦੀਵਾਨ ਦੀ ਸੀ। ਪਤਾ ਨਾ ਉਸ ਥਾਂ ਦਾ ਲੱਗਾ ਵੀ ਜਿਹੜੀ ਜਗੀਰ ਦੇ ਉੱਪਰ ਭਾਵ ਜਿੱਥੇ ਜਾ ਕੇ ਇਹਨਾਂ ਨੇ ਪੜਾਅ ਕੀਤਾ ਉਹ ਹੈ ਹੀ ਜਸਪਤ ਦੀਵਾਨ ਦੀ ਸੀ। ਉਹਾ ਉਗਰਾਹੇ ਕਰਤ ਥੋ, ਬਹੁਤ ਫੌਜ ਕੇ ਤਾਨ। ਕਹਿੰਦੇ ਆਪ ਉਸ ਥਾਂ ਤੇ ਉਗਰਾਹੀ ਪਿਆ ਕਰ ਰਿਹਾ ਸੀ। ਕੌਣ? ਦੀਵਾਨ ਜਸਪਤ ਰਾਏ। ਇਹ ਲਖਪਤ ਰਾਏ ਦਾ ਭਰਾ ਉਸ ਥਾਂ ਤੇ ਆਪ ਆਪਣਾ ਫੌਜੀਆਂ ਨੂੰ ਨਾਲ ਲੈ ਕੇ, ਸਿਪਾਹ ਸਲਾਰ ਤੁਰਕ ਸਿਪਾਹੀਆਂ ਨੂੰ ਨਾਲ ਲੈ ਕਰਕੇ ਮਾਮਲਾ ਪਿਆ ਉਗਰਾ ਰਿਹਾ ਸੀ। ਚੌਪਏ ਲੈਵੈ ਪੈਸੇ ਦੇ ਕੇ ਦੁੱਖ, ਲੋਕਾਂ ਨੂੰ ਦੁੱਖ ਦੇ ਕਰਕੇ ਪੈਸਾ ਇਤਿਆਦਿਕ ਲੁੱਟ ਰਿਹਾ ਸੀ। ਬੰਦੇ ਪੈਂਚ ਸੁਹੋਕੈ ਰੁਖ, ਪਿੰਡ ਦੇ ਜਿਹੜੇ ਪੈਂਚ ਮੋਤਬਰ ਬੰਦੇ ਹੋਣੇ ਉਹਨਾਂ ਦੇ ਨੇ ਹੱਥ ਪਿੱਛੇ ਬੰਨ ਲੈਣੇ ਤੇ ਜਾ ਕੇ ਕਹਿਣਾ ਮੈਨੂੰ ਨਹੀਂ ਪਤਾ, ਤੁਸੀਂ ਮੇਰਾ ਮਾਮਲਾ ਦਿਓ। ਕਿਸੇ ਟੰਗੈ ਕਿਸੇ ਕਮਚਨ ਮਾਰੈ, ਕਿਸੇ ਨੂੰ ਸ਼ਮਕਾ ਮਾਰਨੀਆਂ, ਕਿਸੇ ਨੂੰ ਜਾਨੋ ਇਹਨੇ ਖਤਮ ਕਰਨਾ। ਐਸ ਭਾਂਤ ਸੋ ਮੁਲਕ ਉਜਾਰੈ, ਅਜਿਹੇ ਭਾਂਤ ਦੇ ਨਾਲ ਇਹਨੇ ਮੁਲਕ ਉਜਾੜ ਦਿੱਤਾ। ਭੁੱਖੇ ਜੱਟ ਨੱਠ ਸਿੰਘੀ ਰਲੈ। ਕਹਿੰਦੇ ਮਰਦੇ ਹੋਏ ਵਿੱਚੋਂ ਜਿਹੜੇ ਜ਼ਿਮੀਂਦਾਰ ਕਿਸਾਨ ਇਤਿਆਦਿਕ ਸਨ ਉਹਨਾਂ ਨੇ ਸੋਚ ਲਿਆ, ਮਨ ਵਿੱਚ ਤਹਈਆ ਕਰ ਲਿਆ ਇਦਾਂ ਦੇ ਮਰਨ ਨਾਲੋਂ ਵੀ ਉਧਰੋਂ ਕੋਈ ਮੀਂਹ ਇਤਿਆਦਿਕ ਨਾ ਪੈਣੇ, ਫਸਲ ਇਤਿਆਦਿਕ ਨਾ ਹੋਣੀ, ਘਰ ਵਿੱਚ ਫਾਕੇ ਜ਼ਿਮੀਂਦਾਰਾਂ ਨੇ ਕੱਟਣੇ ਤੇ ਇਹਨੇ ਜਾ ਕੇ ਕਹਿਣਾ ਮੇਰਾ ਪੈਸਾ ਦਿਓ। ਉਹਨਾਂ ਕਹਿਣਾ ਪੈਸਾ ਅਸੀਂ ਤੈਨੂੰ ਕਿੱਥੋਂ ਦਈਏ, ਫਸਲ ਤਾਂ ਹੋਈ ਕੋਈ ਨਹੀਂ, ਮਾਮਲਾ ਦਈਏ ਕਾਹਦਾ। ਜਦੋਂ ਇਹਨੇ ਜਾ ਕੇ ਹੋਰ ਹਮਲਾਵਰ ਇਹਨੇ ਕੀਤਾ ਜਸਪਤ ਦੀਵਾਨ ਨੇ, ਉਹਨਾਂ ਕਿਹਾ ਵੀ ਇਹਦੇ ਨਾਲੋਂ ਤੇਰੇ ਸਾਹਮਣੇ ਹੱਥ ਜੋੜ ਕੇ ਮਰਨ ਨਾਲੋਂ ਅਸੀਂ ਜਾ ਕੇ ਸਿੰਘਾਂ ਦੇ ਨਾਲ ਉਹਨਾਂ ਨੇ ਰਲ ਜਾਣਾ। ਘਰ ਦਰ ਛੱਡ ਕੇ ਰਲੈ ਸੋ ਦਲੈ, ਉਹਨਾਂ ਨੇ ਜਾ ਕੇ ਦਲ ਵਿੱਚ ਆਣ ਕੇ ਮਿਲ ਜਾਣਾ। ਜਿਨ ਕਰ ਦੇਣ ਜੋਗੋ ਨਾਹੀ, ਜਿਨ੍ਹਾਂ ਦੇ ਘਰਾਂ ਵਿੱਚ ਦਾਣੇ ਦੇਣ ਜੋਗੇ ਇਤਿਆਦਿਕ ਨਹੀਂ ਸਨ। ਗ੍ਰਹਿ ਫਰਿਆਦੀ ਖਾਲਸੇ ਪਾਹੀ, ਉਹਨਾਂ ਨੇ ਆਣ ਕੇ ਖਾਲਸੇ ਕੋਲ ਫਰਿਆਦ ਬੇਨਤੀ ਕਰਨੀ। ਫਿਰ ਨਠਤ ਗਏ ਰੋੜੀ ਤੀਰ, ਇਸ ਪ੍ਰਕਾਰ ਚਲਦਿਆਂ ਚਲਦਿਆਂ ਗੁਰਦੁਆਰਾ ਰੋੜੀ ਸਾਹਿਬ ਦੇ ਲਾਗੇ ਪਹੁੰਚ ਗਏ। ਨਾਵਨ ਚਾਹੈ ਸੁਫਲ ਸ਼ਰੀਰ, ਪਤਾ ਲੱਗਾ ਮਹਾਰਾਜੀਆਂ ਦਾ ਪਾਵਨ ਨੇੜੇ ਸਥਾਨ। ਇਹਨਾਂ ਕਿਹਾ ਵੀ ਚਲੋ ਆਪਾਂ ਇੱਥੇ ਆਏ ਆ, ਆਪਾਂ ਇੱਥੇ ਇਸ਼ਨਾਨ ਪਾਣ ਕਰਕੇ ਚੱਲੀਏ। ਤੇ ਸਿੰਘਨ ਆ ਮੇਲਾ ਲਾਇਆ, ਗੁਰੂ ਕੇ ਖਾਲਸੇ ਨੇ ਉੱਥੇ ਆਣ ਕੇ ਮੇਲਾ ਲਾਇਆ ਹੈ। ਜਸਪਤ ਕੋ ਯੋਂ ਲਿਖ ਪਠਵਾਇਆ, ਔਰ ਦੀਵਾਨ ਜਸਪਤ ਨੂੰ ਇਹ 2 ਅੱਖਰ ਲਿਖ ਕੇ ਭੇਜ ਦਿੱਤੇ। ਦੋਹਰਾ ਸਿੰਘ ਸੁਬਹਿਤੇ ਦਿਨਨ ਕੇ,
ਭੂਖੇ ਅੰਨ ਕੋ ਤਰਾਸ। ਗੁਰੂ ਕਾ ਖਾਲਸਾ ਕਈ ਦਿਨਾਂ ਦੇ ਹੁਣ ਭੁੱਖਣ ਭਾਣੇ ਚਲਦਿਆਂ ਚਲਦਿਆਂ ਉਸ ਥਾਂ ਪਹੁੰਚੇ ਸਨ। ਲਿਖ ਭੇਜੇ ਏ ਮਖਾਲਸੇ ਜਸ ਪਤ ਕੋ ਅਰਦਾਸ। ਇਹਨਾਂ ਨੇ ਇੱਕ ਰੁੱਕਾ ਚਿੱਠੀ ਬਣਾ ਕੇ ਦੀਵਾਨ ਜਸਪਤ ਨੂੰ ਲਿਖੀ ਹੈ। ਚੌਪਏ ਦੀਵਾਨ ਹਿੰਦੂ ਤੋਂ ਗੁਰੂ ਬਣਾਇਆ। ਤੇ ਚਿੱਠੀ ਦੇ ਅੰਦਰ ਭਾਈ ਰਤਨ ਸਿੰਘ ਭੰਗੂ ਸਾਹਿਬ ਲਿਖਦੇ ਨੇ, ਕਹਿੰਦੇ ਚਿੱਠੀ ਅੰਦਰ ਇਹਨਾਂ ਨੇ ਲਿਖਿਆ ਵੀ ਗੁਰੂ ਨੇ ਤੈਨੂੰ ਦੀਵਾਨ ਬਣਾਇਆ ਹੈ, ਤੂੰ ਹਿੰਦੂ ਭਰਾ ਹੈ, ਖੱਤਰੀ ਭਰਾ ਹੈ, ਵੇਖ ਤੁਰਕਾਂ ਨਾਲ ਲੜਾਈ ਸਾਡੀ ਹੈ, ਤੈਨੂੰ ਮਾਲਕ ਨੇ ਇਹ ਬਖਸ਼ਿਸ਼ ਕੀਤੀ ਹੈ ਜੇ ਤੂੰ ਵਿੱਚ ਹੈ। ਜਸਪਤ ਕੋ ਇਮ ਲਿਖ ਪਠਾਇਆ। ਔਰ ਜਸਪਤ ਨੂੰ ਇਹ 2 ਅੱਖਰ ਲਿਖ ਕੇ ਭੇਜੇ। ਹਮਰਾ ਤੁਮਰਾ ਬੈਰ ਸੁਨਾਹੀ। ਇੱਕ ਜਸਪਤ ਰਾਏ ਵੀ ਤੇਰਾ ਤੇ ਸਾਡਾ ਵੈਰ ਵਿੱਚ ਕੋਈ ਨਹੀਂ। ਬੈਰ ਹਮਾਰਾ ਤੁਰਕਨ ਤਾਈ। ਸਾਡਾ ਤੇ ਤੁਹਾਡਾ ਵੈਰੀ ਤੁਰਕਾਂ ਨਾਲ ਹੈ, ਜਿਹੜਾ ਲੋਕਾਂ ਦੇ ਉੱਪਰ ਜ਼ੁਲਮੋ ਸਿਤਮ ਕਰਦੇ ਨੇ ਤੇ ਉਹਨਾਂ ਦੇ ਧਰਮ ਨੂੰ ਧੱਕੇ ਨਾਲ ਤਬਦੀਲ ਕਰਦੇ ਹਨ। ਰਸਤ ਮੂਲ ਹਮ ਲੈਣੀ ਚਾਹੈ। ਵੇਖ ਅਸੀਂ ਰਸਦ ਲੈਣੀ ਹੈ ਤੇਰੇ ਇਲਾਕੇ ਵਿੱਚੋਂ ਮੁੱਲ, ਧੱਕੇ ਨਾਲ ਇਥੋਂ ਅਸੀਂ ਖੋਣ ਦੀ ਗੱਲ ਨਹੀਂ ਕਰਦੇ। ਸ਼ਹਿਰ ਤੁਮਾਰੋ ਖਰੀਦ ਕਰਾ ਹੈ। ਸਾਡਾ ਇੱਥੇ ਸ਼ਹਿਰ ਕੋਈ ਨਹੀਂ, ਤੂੰ ਇੱਕ ਕੰਮ ਕਰ, ਸਾਨੂੰ ਤੂੰ ਥੋੜੀ ਜੀ ਰਸਦ ਭੇਜ ਦੇ। ਸਿੰਘ ਭੁਖੇ ਬਹੁ ਦਿਨ ਕੇ ਆਹੀ। ਕਈ ਦਿਨ ਹੋ ਗਏ ਹਨ ਫਾਕੇ ਕੱਟਦਿਆਂ ਨੂੰ। ਤੁਮਰੋ ਕਛੂ ਬਿਗਾਰੈ ਨਾਹੀ। ਵੇਖ ਅਸੀਂ ਇਹ ਵੀ ਤੇਰੇ ਨਾਲ ਵਾਅਦਾ ਕਰਨੇ ਹਾਂ, ਅਸੀਂ ਤੇਰਾ ਕੁਝ ਨਹੀਂ ਵਿਗਾੜਾਂਗੇ। ਮੁਲਕ ਆਪਣਾ ਲਿਹੋ ਬਚਾਏ। ਹੁਣ ਇਹ ਤੇਰੇ ਹੱਥ ਹੈ, ਸਾਨੂੰ ਰਸਦ ਭੇਜਣੀ ਹੈ ਕਿ ਆਪਣਾ ਤੂੰ ਮੁਲਕ ਬਚਾਉਣਾ ਹੈ। ਔਰ ਮੁਲਕ ਹਮ ਬੜ੍ਹੈ ਜਾਏ। ਤੇਰੇ ਕੋਲੋਂ ਅਸੀਂ ਫਿਰ ਇੱਥੋਂ ਪ੍ਰਸ਼ਾਦ ਪਾਣੀ ਛਕ ਕੇ ਅਸੀਂ ਇੱਥੋਂ ਚਾਲਾ ਮਾਰਾਂਗੇ। ਯਹ ਸੁਨ ਜਸਪਤ ਕੀਨੋ ਥੋਜ। ਇੰਨੀ ਗੱਲ ਸੁਣਦਿਆਂ ਸੱਤੀ ਕੱਪੜੀ ਅੱਗ ਲੱਗ ਗਈ ਦੀਵਾਨ ਜਸਪਤ ਰਾਏ ਨੂੰ। ਮੈਂ ਮਾਰੋ ਕੱਢ ਤੁਮਰੋ ਖੋਜ। ਕਹਿੰਦਾ ਮੈਂ ਤੁਹਾਨੂੰ ਮਾਰਨਾ ਚਾਹੁੰਦਾ, ਤੁਸੀਂ ਮੇਰੇ ਕੋਲੋਂ ਰਸਦਾਂ ਭਾਲਦੇ ਹੋ, ਮੈਂ ਤਾਂ ਤੁਹਾਨੂੰ ਖਤਮ ਕਰਨਾ ਚਾਹੁੰਦਾ ਹਾਂ। ਨਿਕਸ ਚਲੋ ਤੁਮ ਬਾਹਰ ਧਾਏ। ਤੁਸੀਂ ਤਾਂ ਹੁਣ ਸ਼ੁਕਰ ਹੈ ਇਸ ਗੱਲ ਦਾ ਵੀ ਤੁਸੀਂ ਜੰਗਲਾਂ ਵਿੱਚੋਂ ਨਿਕਲ ਕੇ ਬਾਹਰ ਆਏ ਹੋ। ਤੁਮ ਕੋ ਪਕੜ ਸੋ ਜਮ ਲੈ ਜਾਏ। ਇਹ ਤਾਂ ਇਉਂ ਬਣਿਆ ਵੀ ਤੁਹਾਨੂੰ ਜਮ ਲੈ ਕੇ ਮੇਰੇ ਸਾਹਮਣੇ ਆਏ ਹਨ ਵੀ ਦੀਵਾਨ ਇਹਨਾਂ ਨੂੰ ਤੂੰ ਖਤਮ ਕਰ ਦੇ। ਸ਼ੇਸ਼ ਮੁੰਨੋ ਤੁਮ ਜਾਟ ਬਨਾਵੋ। ਮੈਂ ਤੁਹਾਨੂੰ ਖਤਮ ਕਰ ਦਿਆਂਗਾ। ਤੁਮਰੇ ਬਾਲਨ ਮਾਲ ਬਣਾਵੋ। ਤੁਹਾਡੇ ਵਾਲਾਂ ਦੇ ਮੈਂ ਰੱਸੇ ਵਟਾਂਗਾ। ਇਹ ਇੰਨੇ ਦੀਵਾਨ ਜਸਪਤ ਰਾਏ ਨੇ ਬੜੇ ਸਖਤ ਸ਼ਬਦ ਕਹੇ। ਤੋਹਰਾ ਜੈਸੇ ਗੋਲੇ ਨਥ ਮੰਗੈ ਖਸਮ ਚਾਹੇ ਕਟ ਨੱਕ। ਭਾਈ ਸਾਹਿਬ ਲਿਖਦੇ ਕਹਿੰਦੇ ਇਹ ਤਾਂ ਉਹ ਗੱਲ ਹੋ ਗਈ, ਗੋਲੀ ਨੱਥ ਮੰਗਦੀ ਹੈ ਤੇ ਮਾਲਕ ਉਹਦਾ ਨੱਕ ਵੱਢਣਾ ਚਾਹੁੰਦਾ ਹੈ। ਉਹ ਤਾਂ ਕਹਿੰਦੀ ਨੱਥ ਬਣਾ ਕੇ ਦੇ, ਉਹ ਕਹਿੰਦਾ ਮੈਂ ਤੂੰ ਨੱਥ ਭਾਲਦੀ, ਮੈਂ ਤੇਰਾ ਨੱਕ ਹੀ ਵੱਢ ਦੇਣਾ ਹੈ। ਇਹਨਾਂ ਕਿਹਾ ਵੀ ਸਾਨੂੰ ਤੂੰ ਰਸਦਾਂ ਘੱਲ। ਦੀਵਾਨ ਜਸਪਤ ਰਾਏ ਕਹਿੰਦੇ ਤੁਸੀਂ ਰਸਦਾਂ ਭਾਲ ਦਿਓ, ਮੈਂ ਤੁਹਾਨੂੰ ਉਂਝ ਹੀ ਖਤਮ ਕਰ ਦਿਆਂਗਾ। ਹਮ ਤੁਮ ਚਾਹੇ ਮਾਰਨੋ ਤੁਮ ਮੰਗੋ ਰਸਤ ਅਸ਼ਕ। ਕਹਿੰਦੇ ਮੈਂ ਤੁਹਾਨੂੰ ਮਾਰਨਾ ਹੈ ਤੇ ਤੁਸੀਂ ਮੇਰੇ ਕੋਲੋਂ ਹੀ ਰਸਦਾਂ ਉਲਟ ਭਾਲਦੇ ਹੋ। ਚੌਪਏ ਹਮ ਸੋ ਅਬ ਤੁਮ ਚਾਹੋ ਰਸਤ। ਜੇ ਤੁਸਾਂ ਨੇ ਹੁਣ ਮੇਰੇ ਕੋਲੋਂ ਰਸਦ ਭਾਲੀ, ਤੁਮ ਕੋ ਮਾਰੋ ਕਰ ਬੰਦੋਬਸਤ। ਮੈਂ ਬੰਦੋਬਸਤ ਕਰਕੇ ਤੁਹਾਨੂੰ ਇਸੇ ਥਾਂ ਤੇ ਗੁਰਦੁਆਰਾ ਰੋੜੀ ਸਾਹਿਬ ਦੇ ਲਾਗੇ ਹੀ ਖਤਮ ਕਰ ਦਿਆਂਗਾ। ਭਾਈ ਲਖਪਤ ਸੁਨ ਅਬ ਪਾਵੈ। ਕਹਿੰਦੇ ਜੇ ਮੇਰੇ ਵੱਡੇ ਭਰਾ ਦੀਵਾਨ ਲਖਪਤ ਰਾਏ ਨੇ ਸੁਣ ਲਿਆ, ਮਨੀ ਸਿੰਘ ਜਿਮ ਫੜ ਲੈ ਜਾਵੈ। ਜਿਵੇਂ ਭਾਈ ਮਣੀ ਸਿੰਘ ਨੂੰ, ਤੁਹਾਡੇ ਭਾਈ ਮਣੀ ਸਿੰਘ ਨੂੰ ਜਿਸ ਪ੍ਰਕਾਰ ਅਸੀਂ ਫੜਿਆ ਸੀ, ਜਾਏ ਨਵਾਬ ਕੇ ਅੱਗੇ ਸੁਟਾਵੈ। ਕਹਿੰਦੇ ਹੱਥ ਮੁਸ਼ਕਾਂ ਬੰਨ ਕੇ ਜਾ ਨਵਾਬ ਦੇ ਅਸੀਂ ਅੱਗੇ ਸੁਟਾਂਗੇ। ਬੰਦ ਬੰਦ ਤੁਮ ਉਮੈ ਕਟਾਵੈ। ਤੇ ਜਿਹੜਾ ਹਾਲ ਭਾਈ ਮਣੀ ਸਿੰਘ ਦਾ ਕੀਤਾ ਸੀ ਅਸੀਂ ਉਹ ਵੀ ਤੁਹਾਡੇ ਨਾਲ ਕਰਾਂਗੇ। ਸੁਨਤ ਸਿੰਘਨ ਕੋ ਆਇਓ ਯਾਦ। ਇੰਨੇ ਨੂੰ ਵਿੱਚੋਂ ਸਿੰਘ ਨੂੰ ਇੱਕ ਨੂੰ ਯਾਦ ਆਇਆ, ਅੱਛਾ ਬਈ ਜਿਸ ਲਖਪਤ ਰਾਏ ਨੇ ਇਹ ਸਾਰਾ ਕੰਮ ਕੀਤਾ ਤੂੰ ਉਹਦਾ ਭਰਾ ਹੈ। ਇੰਨੀ ਗੱਲ ਇਹਨਾਂ ਨੂੰ ਯਾਦ ਆ ਗਈ। ਕਹਿਓ ਸਿੰਘਨ ਲਿਹੋ ਬਦਲੋ ਤਾਦ। ਹੁਣ ਰਸਤਾ ਛੱਡੋ, ਹੁਣ ਪਹਿਲਾਂ ਇਹਨੂੰ ਹੀ ਵੇਖ ਲਵੋ।
ਕਹਿੰਦੇ ਹੁਣ ਤੇਰੇ ਕੋਲੋਂ ਅਸੀਂ ਰਸਦਾਂ ਨਹੀਂ ਭਾਲਦੇ, ਤੇਰੇ ਕੋਲੋਂ ਅਸੀਂ ਜਿਹੜੀ ਤੈਨੂੰ ਰੁੱਕਾ ਚਿੱਠੀ ਪੱਤਰ ਲਿਖਿਆ ਉਹਦਾ ਹੁਣ ਪਾਸਾ ਛੱਡ, ਨਾ ਅਸੀਂ ਤੇਰੇ ਕੋਲੋਂ ਰਸਦਾਂ ਭਾਲਨੇ ਆ। ਜਦੋਂ ਯਾਦ ਆਇਆ ਵੀ ਭਾਈ ਮਣੀ ਸਿੰਘ ਨੂੰ ਜਦੋਂ ਉਹਨੇ ਤਾਨਾ ਮਾਰਿਆ ਇਸ ਗੱਲ ਦਾ ਵੀ ਅਸੀਂ ਤੁਹਾਨੂੰ ਭਾਈ ਮਣੀ ਸਿੰਘ ਵਾਂਗੂ ਖਤਮ ਕਰਾਂਗੇ, ਇਹਨਾਂ ਨੇ ਕਿਹਾ ਚਲੋ ਰਸਦਾਂ ਛੱਡੋ, ਪਹਿਲਾਂ ਹੁਣ ਦੀਵਾਨ ਜਸਪਤ ਰਾਏ ਤੋਂ ਹੀ ਬਦਲਾ ਲਵੋ। ਯਾਦ ਕਰਾਈ ਇਸ ਨਿਜ ਮੌਤ, ਕਹਿੰਦੇ ਇਹਨੇ ਅੱਜ ਆਪਣੀ ਹੁਣ ਮੌਤ ਚੇਤੇ ਕਰਾਈ ਹੈ। ਸ਼ੇਰ ਜਗਾਇਓ ਫੜ ਮੁੱਛਲ ਸੌਤ, ਕਹਿੰਦੇ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਕੋਈ ਜਗਾ ਦੇਵੇ, ਇਹ ਤਾਂ ਇਹਨੇ ਸਾਨੂੰ ਉਸ ਪ੍ਰਕਾਰ ਜਗਾਇਆ ਹੈ। ਮਨੀ ਸਿੰਘ ਇਸ ਭਰਾਏ ਫੜਾਇਆ, ਇਹਦੇ ਭਰਾ ਨੇ ਮਣੀ ਸਿੰਘ ਨੂੰ ਫੜਾਇਆ ਸੀ। ਵਿੱਚੋਂ ਇੱਕ ਨੇ ਕਿਹਾ ਅੱਛਾ ਇਹਦੇ ਭਰਾ ਨੇ ਭਾਈ ਮਣੀ ਸਿੰਘ ਜੀ ਨੂੰ ਸ਼ਹੀਦ ਕਰਵਾਇਆ ਸੀ। ਬਦਲੇ ਲਹੋ ਅਬ ਯਹ ਦਾਇ ਆਇਆ, ਕਹਿੰਦੇ ਹੁਣ ਦਾ ਹੇਠਾਂ ਆਇਆ ਹੈ, ਬਸ ਅੱਜ ਹੀ ਪਹਿਲਾਂ ਇਹਦੇ ਕੋਲੋਂ ਤੁਸੀਂ ਬਦਲਾ ਲਵੋ। ਜਬ ਸਿੰਘਨ ਐਸ ਸੁਨ ਪਾਇਓ, ਜਦੋਂ ਐਸਾ ਉਹਨਾਂ ਗੁਰੂ ਕੇ ਖਾਲਸੇ ਨੇ ਸੁਣਿਆ ਹੈ। ਜਨ ਬਿਛੂ ਤਨ ਡੰਕ ਲਗਾਇਓ, ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ, ਜਿਵੇਂ ਤਨ ਦੀਵਾਨ ਜਸਪਤ ਰਾਏ ਦਾ ਏਦਾਂ ਵੱਜਾ ਜਿਵੇਂ ਬਿੱਛੂ ਨੇ ਡੰਗ ਮਾਰ ਲਿਆ ਹੋਵੇ। ਤਬੇ ਖਾਲਸੇ ਕਰੀ ਅਰਦਾਸ, ਉਸੇ ਵਕਤ ਹੱਥ ਜੋੜ ਕੇ ਧਿਆਇਆ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ। ਖਤਰੇ ਮਾਰੇ ਹੋਏ ਕੰਮ ਰਾਸ, ਮਾਲਕਾ ਹੁਣ ਤੂੰ ਸਹਾਈ ਹੋਈ, ਅਸੀਂ ਹੁਣੇ ਹੀ ਇਸ ਦੀਵਾਨ ਜਸਪਤ ਰਾਏ ਨੂੰ ਮਾਰਨਾ ਹੈ। ਦੋਹਰਾ ਵਹਿ ਲੋਟਨ ਚੜਿਓ ਖਾਲਸੇ, ਸੋ ਲਿਓ ਖਾਲਸੇ ਲੋਟ। ਉਹ ਲੁੱਟਣ ਚੜਿਆ ਸੀ ਖਾਲਸੇ ਨੂੰ, ਕਹਿੰਦੇ ਅੱਜ ਖਾਲਸੇ ਨੇ ਉਸੇ ਨੂੰ ਹੀ ਲੁੱਟ ਲਿਆ। ਨਿਬਾਹੋ ਸਿੰਘ ਗੱਜ ਪੈ ਚੜਿਓ, ਮਾਰ ਤੇਗ ਦਿਓ ਸੂਟ। ਇਹਨੂੰ ਜਦੋਂ ਉਸ ਥਾਂ ਤੇ ਜੰਗ ਸ਼ੁਰੂ ਹੋਇਆ, ਇੱਕ ਇਹਨਾਂ ਵਿੱਚੋਂ ਭਾਈ ਨਬਾਹੂ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਜਦੋਂ ਨੇ ਵੇਖਿਆ ਦਾ ਲੱਗਾ, ਦੀਵਾਨ ਜਸਪਤ ਰਾਏ ਚੜਿਆ ਸੀ ਆਪ ਹਾਥੀ ਦੇ ਉੱਪਰ, ਹਾਥੀ ਦੇ ਤੋਦਿਆਂ ਦੋਵਾਂ ਪਾਸਿਆਂ ਦੇ ਇਹਦੇ ਕੋਲ ਸੀ ਪੈਸਾ ਟਕਾ, ਗਲ ਵਿੱਚ ਇਹਨੇ ਪਾਇਆ ਸੀ ਭਾਰਾ ਕੈਂਠਾ। ਭਾਈ ਨਬਾਹੂ ਸਿੰਘ ਨੇ ਇੱਕੋ ਦਮ ਛਾਲ ਮਾਰ ਕੇ ਹਾਥੀ ਦੀ ਪੂਛ ਫੜ ਕੇ ਆਪਣਾ ਹਾਥੀ ਉੱਪਰ ਚੜ ਗਿਆ। ਇਹਨੇ ਇੱਕੋ ਤੇਗ ਦੇ ਨਾਲ ਦੀਵਾਨ ਜਸਪਤ ਰਾਏ ਦਾ ਸਿਰ ਲਾ ਕੇ ਸੁੱਟ ਦਿੱਤਾ। ਭਾਈ ਨਬਾਹੂ ਸਿੰਘ ਨੇ ਛਾਲ ਮਾਰ ਕੇ ਹਾਥੀ ਉੱਪਰ ਚੜਿਆ, ਇੱਕੋ ਤੇਗ ਇੱਕੋ ਵਾਰ ਦੇ ਨਾਲ ਇਹਨੇ ਬਸ ਦੀਵਾਨ ਜਸਪਤ ਰਾਏ ਦਾ ਸਿਰ ਲਾਇਆ, ਸਿਰ ਵੀ ਹੇਠਾਂ ਸੁੱਟ ਲਿਆ। ਜਿਹੜੇ ਇਹਨੇ ਆਪਣੇ ਗਲ ਵਿੱਚ ਪਾਏ ਹੋਏ ਭਾਰੇ ਕੈਂਠੇ ਸੰਨਾ ਭਾਈ ਨਬਾਹੂ ਸਿੰਘ ਨੇ ਉਹ ਵੀ ਕਾਬੂ ਕਰ ਲਏ, ਜਿੰਨਾ ਪੈਸਾ ਟਕਾ ਸੀ ਉਹ ਵੀ ਇਹਨਾਂ ਕਾਬੂ ਕਰ ਲਿਆ। ਬਾਅਦ ਦੇ ਅੰਦਰ ਲਖਪਤ ਰਾਏ ਨੇ ਨਾ 500 ਰੁਪਈਆ ਦੇ ਕੇ ਬੱਦੋ ਕੀ ਪਿੰਡ ਦਾ ਗੁਸਈਆਂ ਰਾਮ ਸੀ, ਜਿਹੜਾ ਇਹਦਾ ਭਾਵ ਗੁਰੂ ਇਤਿਆਦਕ ਸੀ, ਉਹਦੇ ਰਾਹੀਂ 500 ਵਿੱਚ ਫਿਰ ਦੀਵਾਨ ਜਸਪਤ ਰਾਏ ਦਾ ਸਿਰ ਮੁੱਲ ਲਿਆ ਸੀ। ਬਾਅਦ ਵਿੱਚ ਜਦੋਂ ਗੁਰੂ ਕੇ ਖਾਲਸੇ ਉਥੋਂ ਜਾਣ ਲੱਗੇ, ਜੰਗ ਹੋਇਆ, ਮਾਰਿਆ ਗਿਆ ਦੀਵਾਨ ਜਸਪਤ ਰਾਏ, ਜਾਂਦਿਆਂ ਉਹਦਾ ਸਿਰ ਵੀ ਲੈ ਗਏ। ਬਾਅਦ ਵਿੱਚ ਇਹਨਾਂ ਤੁਰਕਾਂ ਨੇ ਕਿਹਾ ਵੀ ਚਲੋ ਜਿਹੜਾ ਹੋਣਾ ਸੀ ਉਹ ਤੇ ਗਿਆ ਹੋ, ਤੁਸੀਂ ਇੱਕ ਕੰਮ ਕਰੋ, ਹੁਣ ਸਾਨੂੰ ਉਹਦਾ ਸਿਰ ਤਾਂ ਦਿਓ ਦੀਵਾਨ ਜਸਪਤ ਰਾਏ। ਇਹਨਾਂ ਕਿਹਾ ਏਦਾਂ ਨਹੀਂ ਦੇਣਾ, ਹੁਣ ਸਿਰ ਵੀ ਏਦਾਂ ਨਹੀਂ ਦੇਣਾ। 500 ਰੁਪਈਆ ਫਿਰ ਉਸ ਵਕਤ ਖਜ਼ਾਨਿਆਂ ਵਿੱਚ ਅਰਦਾਸ ਕਰਾਈ, ਲੰਗਰਾਂ ਵਿੱਚ 500 ਵਿੱਚ ਫਿਰ ਜਿਹੜਾ ਇਹਦਾ ਸਿਰ ਸੀ ਦੀਵਾਨ ਜਸਪਤ ਰਾਏ ਦਾ, ਫਿਰ ਗੁਰੂ ਕੇ ਖਾਲਸੇ ਨੇ ਬਾਅਦ ਵਿੱਚ ਮੋੜਿਆ। ਇਸ ਪ੍ਰਕਾਰ ਦੀਵਾਨ ਜਸਪਤ ਰਾਏ ਦੀ ਉਸ ਥਾਂ ਤੇ ਸਾਧ ਸੰਗਤ ਜੀਓ ਮੌਤ ਹੋਈ, ਆਪਣੀ ਮੌਤ ਉਸ ਥਾਂ ਤੇ ਗੁਰੂ ਕੇ ਖਾਲਸੇ ਨੇ ਇਸ ਪ੍ਰਕਾਰ ਰੱਖਿਆ। ਇਹ ਸਾਰਾ ਵਾਕਿਆਤ ਸਨ 1746 ਦਾ ਹੈ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸੰਗਤ ਜੀਓ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ 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 ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸੀ
हे पूरन हे सर्व मैं दुख ਦੁਖ ਪੰਜਨ ਗੁਣ ਤਾਸ हे संगी हे निरंकार हे हे निर्गुण सब टेक गोविंद हे गुण निधान जाकै सदा हे बबेक अपरंपर हर हरे है पी होवन हार हे संत कै सदा संग निधारा आधार हे ठाकुर हों दासुरु मैं निर्गुण गुण नहीं कोय नानक तीजा नाम दान राखो हिया परो आए प्रभ शरणागति कृपा निध दयाल एक अखर हर मन वस्तु नानक होत निहाल वाहिगुरु नाम जहाज है चढ़े सो सो तरे पार जो श्रद्धा कर सेम दे गुर पार उतारन हार जो श्रद्धा कर सेम दे गुर पार उतारन हार वाहिगुरु जी का खालसा वाहिगुरु जी की फतेह।